हम भीखक भिखारी तेरे, तू निज पत है दाता। हो दयाल नाम देहो मंगत जन को, सदा रहूं रंग राता। हाँ बलिहारे जाऊं, साचे तेरे नाम मिटो। करन कारण सबना काय को, अवर ना दूजा कोई। बहुते फेर पए कृपन को, अब किछ कृपा कीजै। हो दयाल दर्शन दे हो अपना, ऐसी बख्श करीजै। तेरे कवन कवन गुण कह कह गावां, तू साहिब गुणी निदाना। तुमरी महिमा वर्ण ना साको, तू ठाकुर ऊंच भगवाना। सो कहो टल गुर सेविया, अहनिस सहज सभाए। दर्शन परस्या गुरु का, जन्म मरण दुख जाए। वाहिगुरु साहिब जियो, गली साध न आवई, जिचर मुँह खाली। मुँह भरिया क्यों बोलिया, रस जीव रसाली। शब्द सुरत सिमरन उलंग, नह नदर निहाली। पंथ को पंथ ना सुजई, अलमस्त ख्याली। डगमग चाल सुढाल है, गुरमत निराली। चढ़िया चंद ना लुकई, ढक जोत कुनाली। डगमग चाल सुढाल है, गुरमत निराली। चढ़िया चंद ना लुकई, ढक जोत कुनाली। वाहिगुरु जी का खालसा, वाहिगुरु जी की फतेह। सतगुरु गरीब नवाज पातशाह, दसां पातशाहियां दे प्रतख स्वरूप, छतर चवर तख्त दे मालक सतगुरु श्री गुरु ग्रंथ साहिब सच्चे पातशाह जी दे चरनां विच सवाईमान
ਸਤਿਕਾਰਯੋਗ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦਰਬਾਰ ਵਿੱਚ ਆਪ ਜੀ ਪਹੁੰਚ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਰਹੇ ਹੋ। ਅੱਜ ਦੇ ਪ੍ਰਕਰਨ ਵਿੱਚ ਜੋ ਕਿ ਭਾਈ ਗੁਰਦਾਸ ਜੀ ਦੁਆਰਾ ਉਚਾਰਨ ਕੀਤੀ ਹੋਈ 13ਵੀਂ ਵਾਰ ਦੀ 6ਵੀਂ ਪੌੜੀ ਹੈ, ਇਹਦੇ ਵਿੱਚ ਥੋੜੀ ਜਿਹੀ ਆਵਾਜ਼ ਭਾਈ ਸਾਹਿਬ ਜੀ ਨੇ ਮਨੁੱਖੀ ਜੀਵਨ ਵਿੱਚ ਜਿਨ੍ਹਾਂ ਗੁਰਮੁਖਾਂ ਨੇ ਇੱਥੇ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਜਿੱਥੇ ਸਰੀਰਕ ਕਾਰਜ ਸਰੀਰਕ ਨਿਰਵਾਹ ਵਾਸਤੇ ਸੰਸਾਰਿਕ ਕੰਮ ਕੀਤਾ, ਇਹ ਸਾਰੀ ਬਾਹਰਲੀ ਖੇਡ ਸੀ। ਧੰਦਾ ਕਰਨਾ, ਕੰਮ ਕਰਨਾ, ਕਿਰਤ ਕਰਨੀ। ਕਿਰਤ ਕਰਦਿਆਂ ਸਰੀਰ ਦਾ ਨਿਰਵਾਹ ਹੈ। ਕਿਰਤ ਕਰਨ ਦੇ ਨਾਲ, ਕੰਮ ਕਰਨ ਦੇ ਨਾਲ ਬਾਹਰਲਾ ਧਨ ਪ੍ਰਾਪਤ ਹੁੰਦਾ ਹੈ। ਪਰ ਇਹ ਵੇਖਣ ਵਿੱਚ ਆਇਆ ਅੱਜ ਤੋਂ ਪਹਿਲਾਂ, ਸਾਡੇ ਤੋਂ ਪਹਿਲੇ ਲੱਖਾਂ ਲੋਕਾਂ ਨੇ ਇਹ ਧੰਦਾ ਮਾਇਆ ਦਾ ਕੀਤਾ ਹੈ। ਇਹ ਠੀਕ ਹੈ ਵੀ ਸੰਸਾਰ ਦੀ ਜਿਹੜਾ ਗੁਜਰਾਨ ਹੈ ਉਹਦੇ ਸਹਾਰੇ ਤੇ ਠੀਕ ਚੱਲਦਾ ਹੈ, ਪਰ ਜਦੋਂ ਬਹੁਤਾ ਧਨ ਖੱਟ ਕੇ ਜਾਂ ਬਹੁਤਾ ਇਹ ਸਭ ਕੁਝ ਕਰਕੇ ਅੰਦਰਲੇ ਮਨ ਨੂੰ ਪੁੱਛਿਆ ਜਾਏ ਬਈ ਤੈਨੂੰ ਇਹਦੇ ਵਿੱਚੋਂ ਕੋਈ ਰੁਝੇਵਾਂ ਮਿਲਿਆ, ਕੋਈ ਟਿਕਾ ਆਇਆ, ਕੋਈ ਸ਼ਾਂਤੀ ਆਈ ਹੈ, ਤੇ ਮਨ ਥੋੜੇ ਸਮੇਂ ਵਾਸਤੇ ਜਦੋਂ ਕਿਸੇ ਨਵੀਂ ਚੀਜ਼ ਨੂੰ ਪ੍ਰਾਪਤ ਕਰਦਾ ਤੇ 2-4 ਦਿਨ ਵਾਸਤੇ ਸੰਤੁਸ਼ਟ ਰਹਿੰਦਾ। ਥੋੜੇ ਦਿਨਾਂ ਵਾਸਤੇ ਇੱਕ ਚੀਜ਼ ਉਹਨੂੰ ਥੋੜਾ ਜਿਹਾ ਖੁਸ਼ੀ ਦਿੰਦੀ ਹੈ, ਪਰ ਜਿਉਂ-ਜਿਉਂ ਸਮਾਂ ਲੰਘਦਾ ਇਹ ਨਹੀਂ ਆਪਾਂ ਕਹਿ ਸਕਦੇ ਵੀ ਸੰਸਾਰ ਦੇ ਰਸ ਹੈ ਨਹੀਂ। ਰਸ ਜ਼ਰੂਰ ਨੇ, ਸਰੀਰ ਦੇ ਰਸ ਨੇ, ਮਾਇਆ ਦੇ ਰਸ ਨੇ, ਵਡਿਆਈ ਦੇ, ਉਸਤਤ ਦੇ, ਬੜੀ ਪ੍ਰਕਾਰ ਦਾ ਰਸ ਹੈ। ਰਸ ਜ਼ਰੂਰ ਨੇ, ਪਰ ਉਹਨਾਂ ਰਸਾਂ ਦੀ ਉਮਰ ਬਿਲਕੁਲ ਛੋਟੀ ਹੈ। ਹਰ ਇੱਕ ਰਸ ਦੀ, ਕਈ ਐਸੇ ਰਸ ਨੇ ਜਿਨ੍ਹਾਂ ਦੀ ਮੌਤ 1 ਸਾਲ ਵਿੱਚ ਹੋ ਜਾਂਦੀ, ਕਈ ਐਸੇ ਰਸ ਨੇ ਸੰਸਾਰ ਦੇ ਜਿਨ੍ਹਾਂ ਦੀ ਮੌਤ 1 ਮਹੀਨੇ ਬਾਅਦ ਹੋ ਜਾਂਦੀ, ਕਈਆਂ ਦੀ 1 ਦਿਨ ਤੱਕ ਜੀਵਤ ਉਮਰ ਹੈ, ਤੇ ਕੁਝ ਰਸ ਐਸੇ ਨੇ ਜਿਹੜੇ ਕੁਝ ਮਿੰਟਾਂ ਦੇ ਵਿੱਚ ਹੀ ਮਨੁੱਖ ਨੂੰ ਫਿੱਕਾ ਕਰ ਜਾਂਦੇ। ਇਸ ਕਰਕੇ ਹਰ ਇੱਕ ਰਸ ਅਖੀਰ ਨੂੰ ਬੰਦੇ ਨੂੰ ਖਾਲੀ ਕਰਦਾ ਹੈ, ਭਿਖਾਰੀ ਬਣਾ ਜਾਂਦਾ ਹੈ, ਅੰਦਰ ਨੂੰ ਥੋਥਾ ਕਰ ਜਾਂਦਾ ਹੈ। ਤਾਂ ਇਸ ਹਾਲਤ ਦੇ ਅੰਦਰ ਗੁਰੂ ਸਾਹਿਬ ਨੇ, ਰੱਬ ਦੇ ਪਿਆਰਿਆਂ ਨੇ ਇੱਕ ਐਸੇ ਰਸ ਦੀ ਖੋਜ ਕੀਤੀ ਹੈ ਕਿ ਜਿਸ ਨੂੰ ਪਾ ਕੇ ਪਰਤ ਕੇ ਉਹਦੀ ਸਮਾਪਤੀ ਨਾ ਹੋਵੇ ਤੇ ਪਰਤ ਕੇ ਉਹਦਾ ਅੰਤ ਕਦੀ ਨਾ ਹੋਵੇ। ਜਦੋਂ ਸਤਿਗੁਰੂ ਨੂੰ ਪੁੱਛਿਆ ਜਾਏ ਤੇ ਹਜ਼ੂਰ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਪਰਮਾਤਮਾ ਦੇ ਨਾਮ ਦਾ ਰਸ ਜਿਹੜਾ, ਉਹਦੀ ਬਖਸ਼ਿਸ਼ ਜਿਹੜੀ ਹੈ, ਇਹ ਸੁਣ ਕੇ ਚਲੋ ਬਹੁਤੇ ਲੋਕ ਇਹਦੇ ਬਾਰੇ ਕਹਿੰਦੇ, ਪਰ ਜਿਨ੍ਹਾਂ ਨੇ ਇਹਨੂੰ ਵੇਖਿਆ ਉਹਨੂੰ ਪਤਾ ਲੱਗਦਾ ਵੀ ਕਿੰਨਾ ਕੁ ਵੱਡਾ ਹੈ। ਕੇਵਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ। ਕਹਿਣੇ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵਡ ਚੀਰਾ। ਇਹ ਜਿਹੜਾ ਰਸ ਹੈ ਇਹਦਾ ਅੰਤ ਵੀ ਕੋਈ ਨਹੀਂ। ਇਹਦੇ ਤੋਂ ਅਗਲੇ ਸ਼ਬਦ ਦੇ ਵਿੱਚ ਫਿਰ ਇਹ ਵੀ ਦੱਸਿਆ ਵੀ ਇਹ ਮਰਦਾ ਵੀ ਕਦੀ ਨਹੀਂ। ਰੱਬ ਦੇ ਪਿਆਰ ਦਾ ਰਸ ਜਿਹੜਾ ਨਾ ਪੁਰਾਣਾ ਹੁੰਦਾ
ना फिक्का पैंदा ते ना इहदी समाप्ति हुंदी। गुरु नानक पातशाह जी नूं उन्हां दे बचपन दे दिनां विच माता जी ने यह पुछया सी कि तू अपने मूँह तो कुछ बोलदा की रहना, क्योंकि सतगुरु अपनी जिंदगी दे 10 तो 14 साल दे जिहड़े ये 4-5 साल ने वो बड़े अजीब सन। कई बारी वो 2-2 महीने चुप कर जाते सी, कई बारी 2-2 महीने विचरते सन, कई बारी फिर चुप कर जाना, कई बारी खाना पीना खुला खाना फिर बंद कर दो। उन्हां दिनां विच मंजे ते पै गए, बोलते नहीं, घट बोलते, खांदे पींदे घट ने। ते माता तृप्ता जी नूं फिक्र होया भी नानक नूं पता नहीं की रोग है, की रोग लगा इसनूं। वो बड़े फिक्र विच रहिंदे, रोज कहंदे भी तू उठदा नहीं, पर सतगुरु चुप रहिंदे। एक दिन अद्धी रात नूं, क्योंकि मां नूं नींद नहीं पैंदी भी बच्चे नूं पता नहीं की रोग, जिहदा पता ही कोई नहीं लगदा। वैद भी सद्या, बड़ा कुछ पता कीता, ते एक दिन अद्धी रात गुरु साहब अपनी रसना तो कुछ बोल रहे हैं। मां ने पूछा, नानक तेनू की हो गया, तू अपने मुंह तो की बोलना है, ये बंद कर। क्योंकि आम तौर पर संसार विच समझा जाता है जदों आदमी किसी दूजे आदमी तो बिना इकल्ला बह के बोलेगा ते दुनिया के लोग कह देंगे ने पागल हो गया। ओदी ये अवस्था नूं पागलपन समझा जाता है। पर सतगुरु कल्ले बोलते हैं। मां नूं शक पिया भी कल्ले बोलण दा होर ते कोई कारण नहीं, कोल कोई आदमी नहीं। मां ने कहा भी तू कल्ला क्यों बोलना है? सतगुरु ने जवाब दिता, मां जिहदे नाल मैं बोलना वो तेनू नहीं दिसदा, वो मैनू दिसदा है। मैं किसी दे कन विच गल कर रहा। तिलंग राग विच उन्हां ने शब्द किया, यक अर्ज गुप्तम पेश तो दर गोश पुन करतार, हक्का कबीर करीम तू बेऐब परवदगार, दुनिया मुकामे फानी तहकीक दिलदानी। मैं कला कदी भी नहीं बोलता। उन्हां दी जिंदगी दा ये कई थावां ते तजर्बा होया। बस यही ते 2 तरह के लोग ने। मैं इस घटना नूं थोड़ा जिहा छड्ड के कुछ मिनटां वास्ते बाहर निकलांगा कि 2 तरह के धार्मिक बंदे ने। एक वो ने जिहड़े सिर्फ कल्ले बोलते ने, एक वो ने जिहड़े रब नाल सांझ पा के बोलते। ये 2 क्लासां ने, 2 जमातां ने। दोवां विचों आदमी गुजरदा। पहला इकल्ले बोलना पै, कोई राम राम जप रहा है, कोई खुदा कह रहा है, कोई वैगुरू जपदा, कल्ले ही सामने जिहदे नाल गल करदा दिसदे कोई नहीं, ओहदी आवाज कोई नहीं आउंदी। ਇਹ घटना वापरदी। पर ज्यों-ज्यों बंदा ਉਹਨੂੰ समझेगा ना, ਉਹਨੂੰ ਕਹਿੰਦੇ ਹਜ਼ੂਰੀ ਵਿੱਚ ਰਹਿਣਾ, ਨੇੜੇ ਸਮਝਣਾ, ਕੋਲ ਸਮਝਣਾ। ਜੇ ਇਹ ਅਭਿਆਸ ਸਿਮਰਨ ਦਾ ਇਹ ਸਮਝ ਕੇ ਅੰਦਰੋਂ ਕੀਤਾ ਗਿਆ ਵੀ ਭਾਵੇਂ मैं ਉਹਨੂੰ नहीं वेख रहा जिहदा मैं नाम जप रहा, पर यह गल मेरे गुरु ने दस दी है भी वो तेनों जरूर वेख रहा। सतगुरु के बचन पढ़ो बाणी दे विच कि वो वेखै, ओना नजर ना आवे। बहुता ये विडाण भावें ये अगे 3 देवतियां की गल कही गई, पर ओदा गुण तो है ना, वो वेखै, वो तो वेख रहा सानू, ओना नजर ना आवे पर सानू नहीं दिसदा। हुण इत्थे भरोसा बनाउणा पैगा। इहनूं आपां कहांगे भी ब्लाइंड सिस्टम, एक तरह की अन्नी शरधा कह लो। इत्थे अख वाली शरधा है नहीं। वो वेखै, वो वेख रहा है। ये किने दस्सिया? आपां ते वेखी नहीं। जे कोई सानू सवाल करे भी जिस वाहिगुरू वाहिगुरू नूं तुसीं जपदे पए हो वो कित्थे रहिंदा, तुसीं वेखिया किते? ते सिख उहदा जवाब की देगा? ਇਹਦੇ ਵਿੱਚ ਤਰਕ बड़ा भी ਜਿਹੜਾ ਤੁਸੀਂ ਕਦੀ ਵੇਖੀ नहीं, ਉਹਨੂੰ ਜਪਦੇ ਕੀ ਹੋ? ਤੇ ਗੁਰਸਿੱਖ ਉਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਲਿਆ ਤੇ ਹਜ਼ੂਰ ਕਹਿੰਦੇ ਨੇ ਸਿੱਖ ਜਪੀ ਜਾਂਦਾ, ਉਹਨੂੰ ਆਵਾਜ਼ਾਂ ਮਾਰੀ ਜਾਂਦਾ ਹੈ, ਭਾਵੇਂ ਉਹਨੂੰ ਨਹੀਂ ਪਤਾ ਉਹ ਕਿੱਥੇ ਹੈ, ਪਰ ਉਹਦੇ ਗੁਰੂ ਨੇ ਉਹਨੂੰ ਦੱਸ ਦਿੱਤਾ ਵੀ ਉਹ ਤੇਰੇ ਅੰਦਰ ਵੀ ਹੈ ਤੇ ਤੇਰੇ ਬਾਹਰ ਵੀ, ਸਾਰੇ ਥਾਵਾਂ ਤੇ ਮੌਜੂਦ ਹੈ। ਇਹ ਸਮਝ ਕੇ ਜਪ ਤਾਂ ਤੇਰਾ ਵਿਕਾਸ ਹੋਏਗਾ। ਇੱਥੇ
ਇਹ ਜਿਹੜੀ ਕਲਾਸ ਹੈ ਨਾ, ਜਿਹਦੇ ਵਿੱਚ ਅਣਜਾਣ ਵਿੱਚ ਧਰਮ ਕਮਾਉਣਾ, ਕੋਈ ਪਤਾ ਨਹੀਂ ਉਹ ਹੈ ਵੀ, ਵੇਖਿਆ ਤੇ ਹੈ ਹੀ ਨਹੀਂ, ਬਸ ਕਰੀ ਜਾਣਾ ਕਰੀ ਜਾਣਾ। ਕਈ ਗੁਰਮੁਖਾਂ ਨੇ ਸਵਾਲ ਕੀਤਾ ਵੀ ਜਦੋਂ ਇੱਕ ਗੁਰਸਿੱਖ ਧਰਮ ਕਮਾ ਰਿਹਾ ਹੈ ਇਸ ਕਲਾਸ ਦੇ ਵਿੱਚ, ਇਸ ਜਮਾਤ ਦੇ ਵਿੱਚ, ਜੋ ਕੁਝ ਗੁਰੂ ਨੇ ਕਿਹਾ ਉਹ ਕਰੀ ਜਾਂਦਾ, ਨਾ ਨੁਕਰ ਨਹੀਂ ਕਰਦਾ, ਨਿਤਨੇਮ ਕਰਦਾ, ਸਿਮਰਨ ਕਰਦਾ, ਸੇਵਾ ਕਰਦਾ, ਸ਼ੁਭ ਕਰਮ ਵੀ ਕਰਦਾ, ਕਰਨੀ ਉੱਚੀ ਰੱਖਦਾ। ਇਹ ਕੰਮ ਔਖਾ ਸੰਸਾਰ ਦੇ ਵਿੱਚ, ਜ਼ਰੂਰ, ਕੋਈ ਸ਼ੱਕ ਨਹੀਂ, ਕਠਿਨ ਹੈ। ਕਠਿਨ ਤਾਂ ਹੈ ਵੀ ਇੱਕ ਪਾਸੇ ਤੇ ਸਮਾਂ ਕੱਢਦਾ ਸੰਸਾਰ ਵਿੱਚੋਂ, ਇੱਕ ਪਾਸੇ ਸੰਸਾਰ ਦੀ ਨਜ਼ਰ ਵਿੱਚ ਉਹ ਲੋਕ ਕਹਿੰਦੇ ਵੀ ਇਹ ਕਰਦਾ ਕਿਹਦੇ ਵਾਸਤੇ ਪਿਆ, ਜਿਹਦੇ ਵਾਸਤੇ ਕਰਦਾ ਉਹ ਪਤਾ ਨਹੀਂ ਹੈ ਵੀ ਕਰੀ ਜਾਂਦਾ। ਤੇ ਉਹ ਕਈ ਸਾਲਾਂ ਤੋਂ ਜਪ ਰਿਹਾ, ਕਈ ਸਾਲਾਂ ਤੋਂ ਬਾਣੀ ਪੜ੍ਹ ਰਿਹਾ ਤੇ ਨਾਮ ਜਪ ਰਿਹਾ ਤੇ ਸੇਵਾ ਕਰ ਰਿਹਾ, ਪਰ ਉਹਦੀ ਜ਼ਿੰਦਗੀ ਦੇ ਵਿੱਚ 1 ਇੰਚ ਦਾ ਵੀ ਵਿਕਾਸ ਨਹੀਂ ਹੋਇਆ। ਇਹ ਇੱਕ ਕਲਾਸ ਹੈ। ਵੇਖੋ ਬਾਣੀ ਦੇ ਵਿੱਚ ਵੱਖਰੇ ਵੱਖਰੇ ਸ਼ਬਦ ਨੇ ਕਈ, ਤੇ ਉਸੇ ਹਿਸਾਬ ਦੇ ਨਾਲ ਕਲਾਸ ਦੇ, ਜਮਾਤ ਦੇ ਹਿਸਾਬ ਨਾਲ ਬਾਣੀ ਉਚਾਰੀ ਗਈ ਹੈ। ਇੱਕ ਉਹ ਵੀ ਥਾਂ ਹੈ ਧਰਮ ਦੇ ਵਿੱਚ ਜਿੱਥੇ ਬਹੁਤ ਸਾਰੇ ਵਿਦਿਆਰਥੀ ਬਹੁ ਗਿਣਤੀ ਵਿੱਚ ਪੜ੍ਹਦੇ ਨੇ। ਉਹ ਕਲਾਸ ਕਿਹੜੀ ਹੈ? ਉੱਥੇ ਕਰੀ ਬਹੁਤ ਕੁਝ ਜਾਂਦਾ, ਸਿੱਖ ਬਹੁਤ ਮਿਹਨਤ ਕਰਦਾ ਹੈ, ਪਰ ਜਦੋਂ ਪਰਤ ਕੇ ਵੇਂਦਾ ਤੇ ਪੱਲੇ ਕੁਝ ਨਹੀਂ ਪੈਂਦਾ। ਇਹ ਵੀ ਇੱਕ ਕਸਵੱਟੀ, ਇਹ ਵੀ ਇੱਕ ਵਿਸ਼ਵਾਸ ਦੀ ਜੜ ਪੱਕੀ ਕਰਨ ਵਾਸਤੇ ਕਲਾਸ। ਉਸ ਹਾਲਤ ਵਿੱਚ ਸਿੱਖ ਕੀ ਕਰਦਾ ਹੈ? ਜਿੱਥੇ ਮਿਲੇ ਕੱਖ ਵੀ ਨਾ, ਫਿਰ ਕਰੀ ਜਾਏ। ਉਹ ਇੱਕ ਕਲਾਸ ਹੈ, ਉਹਦੇ ਵਿੱਚ ਸਿੱਖ ਨੇ ਇੱਕ ਸੋਚ, ਇੱਕ ਵਿਚਾਰ ਦੇ ਉੱਤੇ ਕੰਮ ਕਰਨਾ, ਨਹੀਂ ਤੇ ਉਹ ਅੱਕ ਜਾਏਗਾ ਤੇ ਕਿਤੇ ਨਾ ਕਿਤੇ ਉਹ ਨਾਸਤਿਕ ਵੀ ਹੋ ਸਕਦਾ, ਕਿਤੇ ਨਾ ਕਿਤੇ ਨਾ ਵੀ ਕਰ ਸਕਦਾ ਵੀ ਹੈ ਹੀ ਕੋਈ ਨਹੀਂ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਜਿੰਨੇ ਨਾਸਤਿਕ ਨੇ ਪਹਿਲਾਂ ਆਸਤਿਕ ਸਨ, ਇਹਨਾਂ ਨੇ ਕੰਮ ਕੀਤਾ, ਲੱਭਾ ਕੱਖ ਨਹੀਂ, ਕਹਿੰਦੇ ਨਾ ਕਰ ਦਿਓ, ਹੈ ਹੀ ਕੱਖ ਨਹੀਂ। ਬਹੁਤ ਕੁਝ ਕੀਤਾ, ਬਹੁਤ ਕੁਝ ਵੇਖਿਆ। ਆ ਰੂਸ ਦੇ ਵਿੱਚ ਜਿੰਨੀ ਨਾਸਤਿਕਤਾ, ਜਿੰਨੇ ਕਮਿਊਨਿਸਟ ਪੈਦਾ ਹੋਏ ਨੇ, ਇਹ ਸਾਰੇ ਪਹਿਲਾਂ ਧਾਰਮਿਕ ਸਨ ਲੋਕ। ਪਰ ਇਸ ਥਾਂ ਤੇ ਗੁਰਸਿੱਖ ਨੇ ਕਿਹੜੇ ਆਧਾਰ ਤੇ ਕੰਮ ਕਰੀ ਜਾਣਾ ਵੀ ਹੈ ਕੱਖ ਵੀ ਨਹੀਂ ਤੇ ਕਰੀ ਜਾਣਾ। ਉਸ ਥਾਂ ਤੇ ਇੱਕ ਗੁਰੂ ਦੇ ਉੱਤੇ ਭਰੋਸਾ ਤੇ ਇੱਕ ਸਚਾਈ ਦੇ ਉੱਤੇ ਸਿੱਖ ਕੰਮ ਕਰਦਾ ਹੈ। ਉਹ ਕਿਹੜਾ ਰਸਤਾ ਹੈ ਕਿ ਜਦੋਂ ਇੱਕ ਬੱਚਾ ਅਣਜਾਣ ਹੈ, ਉਹ ਕੰਮ ਬਹੁਤ ਕਰਦਾ ਹੈ, ਪਰ ਉਹਦੇ ਬਾਪ ਨੂੰ ਪਤਾ ਵੀ ਜੇ ਇਹ ਪੈਸੇ ਜਿਹੜੇ ਕਮਾਉਂਦਾ ਹੈ ਨਾ, ਸ਼ਾਮ ਨੂੰ ਇਹਨੂੰ ਮਿਲ ਗਿਆ ਤੇ ਖਾ ਕੇ ਘਰ ਆਏਗਾ, ਇਹਨੂੰ ਬਚਾਉਣ ਦੀ ਕੋਈ ਪਤਾ ਨਹੀਂ, ਇਕੱਠੇ ਨਹੀਂ ਕਰਦਾ। ਇਹ ਜਿੰਨੇ ਕਮਾਉਂਦਾ ਸ਼ਾਮ ਨੂੰ ਖਾ ਜਾਏਗਾ, ਜਿੰਨੇ ਕਮਾਉਂਦਾ ਸ਼ਾਮ ਨੂੰ ਖਾ ਜਾਏਗਾ, ਨਾਲੋਂ ਨਾਲ ਸਾਫ਼ ਕਰੀ ਜਾਏਗਾ, ਤੇ ਕਈ ਵਾਰੀ ਤੇ ਕਰਜ਼ਾਈ ਵੀ ਹੋ ਜਾਂਦਾ, ਬਹੁਤਾ ਚੁੱਕ ਲੈਂਦਾ। ਜਦੋਂ ਅਸੀਂ ਇਸ ਮਾਰਗ ਤੇ ਤੁਰ ਕੇ ਕਮਾਈ ਕਰ ਰਹੇ ਹਾਂ ਤੇ ਗੁਰੂ ਬੜਾ ਸਮਰੱਥ ਹੈ। ਗੁਰੂ ਦਾ ਲਾਭ ਹੀ ਇਹ ਹੈ ਕਿ ਉਹ ਸਿੱਖ ਨੂੰ ਪਤਾ ਨਹੀਂ ਲੱਗਣ ਦਿੰਦਾ ਵੀ ਤੇਰੀ ਕਮਾਈ ਕਿੰਨੀ ਕੁ ਹੋ ਗਈ, ਉਹਨੂੰ ਸਮਝ ਨਹੀਂ ਲੱਗਣ ਦੇਗਾ। ਉਹ ਜਿੰਨੀ ਕਮਾਈ ਕਰੇਗਾ ਨਾ, ਤੇ ਨਾਲ ਹੀ ਗੁਰੂ ਦੇ ਅਕਾਊਂਟ ਵਿੱਚ, ਗੁਰੂ ਦੇ ਖਾਤੇ ਵਿੱਚ ਨਾਲ ਹੀ ਚਲੀ ਜਾਏ। ਜਿੰਨਾ ਚਿਰ ਉਹ ਸਿਆਣਾ ਨਹੀਂ ਨਾ ਹੁੰਦਾ ਸੰਭਾਲਣ ਯੋਗ, ਇਹ ਗੁਰੂ ਦੇ ਕੋਲ ਆਉਣ ਦਾ ਫਾਇਦਾ, ਸਤਿਗੁਰੂ ਦੇ ਨਾਲ ਰਹਿਣ ਦਾ ਇਹ ਫਾਇਦਾ। ਜਿਹੜੀ ਅਸੀਂ ਬਾਣੀ ਪੜਾਂਗੇ, ਜਿਹੜਾ ਸਿਮਰਨ ਕਰਾਂਗੇ, ਸਾਡੇ ਕੋਲੋਂ ਨਹੀਂ ਪਰ ਗੁਰੂ ਕੋਲ ਜ਼ਰੂਰ ਚਲਾ ਗਿਆ। ਤੇ ਜਦੋਂ ਗੁਰੂ ਨੇ ਵੇਖ ਲਿਆ ਨਾ ਵੀ ਸਿਆਣਾ ਹੋ ਗਿਆ, ਹੁਣ ਇਹ ਗਵਾਏਗਾ ਨਹੀਂ, ਨਹੀਂ ਤੇ ਆਪਾਂ ਤੇ ਗਵਾ ਦੇਵਾਂਗੇ ਛੱਡ। ਹਰ ਰੋਜ਼ ਗਵਾਉਣਾ ਹੀ ਹੈ ਨਾ। ਬਾਣੀ ਪੜ੍ਹ ਕੇ ਵੇਖੋ, ਜੇ ਆਦਮੀ ਸਿੱਧਾ ਕਰੇਗਾ ਤੇ ਸਤਿਗੁਰੂ ਕਹਿੰਦੇ ਕਰਮ ਤੇ ਧਰਮ ਦੋਵੇਂ ਗਵਾਚਦੇ ਜਾਣ। ਉਹ ਕਿਵੇਂ ਗਵਾਚਦੇ ਨੇ? ਕਹਿੰਦੇ ਨੇ ਵਸਤ ਪਰਾਈ ਕੋ ਉਠ ਰੋਵੈ, ਕਰਮ ਧਰਮ ਸਗਲਾ ਹੀ ਖੋਵੈ। ਕਰਮ ਧਰਮ ਜਿੰਨੇ ਕੀਤੇ ਸਨ ਗਵਾ ਲਏ। ਕਿਵੇਂ ਗਵਾਏ? ਵਸਤ ਪਰਾਈ ਕੋ ਉਠ ਰੋਵੈ, ਉੱਠ ਕੇ ਪਰਾਈ ਵਸਤੂ ਨੂੰ ਸਵੇਰੇ ਹੀ ਕਲਪਦਾ ਹੈ, ਰੋਂਦਾ ਹੈ। ਜਿੱਥੋਂ ਲੰਘਿਆ ਇਹ ਘਰ ਵੇਖਿਆ, ਮੇਰੇ ਕੋਲ ਹੋਣਾ ਚਾਹੀਦਾ। ਹੋਰ ਜਿੰਨੀਆਂ ਚੀਜ਼ਾਂ ਮੈਂ ਬਹੁਤੀਆਂ ਦਾ ਨਾਂ ਨਹੀਂ ਲਵਾਂਗਾ। ਜਦੋਂ ਮਨ ਸਿਮਰਨ ਕਰਨ ਵਾਲੇ ਦਾ ਜਿਹੜੀ ਚੀਜ਼ ਦੇ ਵਿੱਚ ਵੇਖ ਕੇ ਉਹਦੇ ਬਾਰੇ ਉਹਦੇ ਮਨ ਵਿੱਚ ਖਿਆਲ ਆਉਂਦਾ ਹੈ, ਨਾਲ ਹੀ ਅੰਦਰੋਂ ਡਿਲੀਟ ਹੋ ਜਾਂਦਾ ਸਿਮਰਨ ਦਾ ਜੋ ਰਸ, ਉੱਡ ਜਾਂਦਾ ਨਾਲੋਂ। ਇਹ ਬੜਾ ਸੂਖਸ਼ਮ, ਬੜਾ ਔਖਾ। ਇਸ ਕਰਕੇ ਗੁਰਸਿੱਖ ਜਿੰਨਾ ਵੀ ਕਰਦਾ, ਬਾਅਦ ਵਿੱਚ ਅਰਦਾਸ ਕਰਦਾ ਜੀ ਆਪਣੇ ਖਾਤੇ ਵਿੱਚ ਪਾ ਲਓ, ਅਸੀਂ ਰੱਖਣਾ ਕੋਈ ਨਹੀਂ, ਗਵਾ ਦੇਣਾ। ਜਿਉਂ-ਜਿਉਂ ਅੰਦਰ ਦੀ ਉਮਰ ਵੱਧਦੀ ਜਾਏਗੀ, ਕਿਉਂਕਿ ਇਹ ਤਾਂ ਸਰੀਰ ਦੀ ਉਮਰ ਹੈ,
ਜਿਉਂ-ਜਿਉਂ ਅੰਦਰ ਦੀ ਉਮਰ ਵੱਧ ਜਾਏਗੀ, ਜਿੱਦਣ ਅੰਦਰ ਸਿਆਣਪ ਹੋ ਜਾਏਗੀ, ਜਿੱਦਣ ਗਵਾਚਣ ਦੇ ਚਾਂਸ ਖਤਮ ਹੋ ਜਾਣਗੇ, ਉਸ ਵਕਤ ਗੁਰੂ ਨੇ ਇੱਕੋ ਹੀ ਇਸ਼ਾਰਾ ਕਰਨਾ ਤੇ ਜਿੰਨੀ ਸਿੱਖ ਦੀ ਕਮਾਈ ਹੈ ਇੱਕਦਮ ਸਾਰੀ ਉਹਦੀ ਝੋਲੀ ਵਿੱਚ ਪਾ ਦੇਣੀ, ਜਿੰਨੀ ਉਹਨੇ ਪਿਛਲੇ ਸਮੇਂ ਵਿੱਚ ਇਕੱਠੀ ਕੀਤੀ ਸੀ। ਪਹਿਲਾਂ ਉਹਦੇ ਕੋਲ ਕੁਝ ਨਹੀਂ ਸੀ। ਇਸ ਕਰਕੇ ਕਈ ਵਾਰੀ ਆਪਾਂ ਕਹਿੰਦੇ ਆ ਫਲਾਣੇ ਬੰਦੇ ਨੇ ਕੁਝ ਵੀ ਨਹੀਂ ਕੀਤਾ, ਕਹਿੰਦੇ ਇੱਕੋ ਦਮ ਹੋ ਗਿਆ। ਇੱਕੋ ਦਮ ਕੁਝ ਨਹੀਂ ਹੁੰਦਾ, ਕਦੀ ਇੱਕੋ ਦਮ ਨਹੀਂ ਹੁੰਦਾ ਕੁਝ। ਉਹਦੇ ਪਿੱਛੇ ਉਹਨੇ ਬਹੁਤ ਲੰਮਾ ਸਮਾਂ ਕਮਾਈ ਕੀਤੀ ਤੇ ਉਹ ਇਕੱਠਾ ਹੋ ਗਿਆ ਕਿਸੇ ਥਾਂ ਤੇ, ਤਾਂ ਇੱਕਦਮ ਉਹਦੇ ਕੋਲ ਚਲਾ ਗਿਆ। ਇਸ ਕਰਕੇ ਮੈਂ ਵਿਚਾਰ ਆਪ ਜੀ ਨਾਲ ਸਾਂਝਾ ਕਰ ਰਿਹਾ ਸਾਂ ਵੀ ਇਹ ਇੱਕ ਕਲਾਸ ਹੈ, ਵੀ ਇੱਕ ਉਹਨੂੰ ਸਿਰਫ ਮੰਨ ਕੇ ਉਹਦੀ ਯਾਦ ਵਿੱਚ ਜੁੜਨਾ, ਤੇ ਇੱਕ ਅਗਲੀ ਕਲਾਸ ਹੈ ਉਹਨੂੰ ਵੇਖ ਕੇ ਉਹਦੇ ਨਾਲ ਜੁੜਨਾ। ਗੁਰੂ ਸਾਹਿਬ ਉਸ ਅਵਸਥਾ ਵਿੱਚ ਅਬ ਇੱਕ ਪੀਰ ਭੀਖਨਸ਼ਾ ਹੋਏ ਨੇ, ਬਹੁਤ ਪਹੁੰਚੇ ਹੋਏ। ਤੁਸੀਂ ਇਹ ਸਾਖੀ ਕਈ ਵਾਰੀ ਸੁਣੀ ਹੈ ਵੀ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਸੀ, ਇਹਦੇ ਕੋਲ ਸੈਂਕੜਿਆਂ ਦੀ ਗਿਣਤੀ ਵਿੱਚ ਮੁਰੀਦ ਸਨ। ਛਡੌਰੇ ਵਿੱਚ ਭੀਖਨਸ਼ਾਹ ਬਹੁਤ ਵੱਡਾ ਅਧਿਆਤਮਕ ਪਾਂਧੀ ਸੀ ਤੇ ਇਹਦੇ ਕੋਲ ਬਹੁਤ ਸਾਰੇ ਮੁਰੀਦ, ਚੇਲੇ, ਵਿਦਿਆਰਥੀ ਨਮਾਜ਼ ਪੜ੍ਹਨ ਦੀ ਜਾਚ ਸਿੱਖਦੇ ਸੀ। ਹਰ ਰੋਜ਼ ਨਮਾਜ਼ ਹੁੰਦੀ ਸੀ, ਨਮਾਜ਼ ਗਾਹ ਸੀ, ਉਹ ਹਾਲ ਬਣਿਆ ਸੀ ਜਿੱਥੇ ਨਮਾਜ਼ ਪੜ੍ਹੀ ਜਾਂਦੀ ਸੀ। ਸਵੇਰ ਦੀ ਨਮਾਜ਼ ਇਹ ਆਪਣੇ ਚੇਲਿਆਂ ਦੇ ਨਾਲ ਪੜ੍ਹਦਾ ਸੀ, ਨਾਲ ਉਹਨਾਂ ਨੂੰ ਦੱਸਦਾ ਸੀ ਵੀ ਨਮਾਜ਼ ਕਿਵੇਂ ਪੜ੍ਹੀ ਦੀ, ਉਦੋਂ ਕਿਵੇਂ ਰਹਿਣਾ ਚਾਹੀਦਾ, ਮਨ ਕਿਵੇਂ ਦਾ ਹੋਣਾ ਚਾਹੀਦਾ। ਇੱਕ ਦਿਨ ਇੱਕ ਘਟਨਾ ਵਾਪਰੀ ਬਈ ਸਵੇਰ ਦੀ ਨਮਾਜ਼ ਦੇ ਵੇਲੇ ਪੀਰ ਭੀਖਨਸ਼ਾਹ ਲੇਟ ਹੋ ਗਏ, ਕਮਰੇ ਵਿੱਚੋਂ ਨਿਕਲੇ ਨਹੀਂ ਤੇ ਜਾ ਕੇ ਮੁਰੀਦਾਂ ਨੇ ਦਰਵਾਜ਼ਾ ਖੜਕਾਇਆ, ਖੋਲਿਆ, ਕਹਿੰਦੇ ਜੀ ਆਏ ਨਹੀਂ, ਕਹਿੰਦੇ ਆਉਂਦੇ ਆ, ਥੋੜੀ ਜਿਹੀ ਦੇਰ ਹੋ ਗਈ। ਸੱਦ ਕੇ ਲਿਆਏ, ਨਮਾਜ਼ ਪੜ੍ਹੀ ਤੇ ਮੁਸਲਮਾਨਾਂ ਦਾ ਮਤ ਹੈ, ਉਹਨਾਂ ਦਾ ਵਿਸ਼ਵਾਸ ਹੈ ਵੀ ਰੱਬ ਲਹਿੰਦੇ ਵਾਲੇ ਪਾਸੇ ਰਹੇ, ਮੱਕੇ ਵੱਲ ਸਿਜਦਾ ਕਰਦੇ ਨੇ। ਜਦੋਂ ਨਮਾਜ਼ ਦੇ ਵਿੱਚ ਸਾਰੇ ਮੁਰੀਦਾਂ ਨੇ ਲਹਿੰਦੇ ਵੱਲ ਸਿਜਦਾ ਕੀਤਾ ਤੇ ਪੀਰ ਭੀਖਨਸ਼ਾਹ ਨੇ ਚੜ੍ਹਦੇ ਵੱਲ ਸਿਜਦਾ ਕਰਤਾ। ਮਰਿਆਦਾ ਭੰਗ ਹੋ ਗਈ, ਸ਼ਰ੍ਹਾ ਟੁੱਟ ਗਈ। ਇਸ ਕਰਕੇ ਦੋ ਤਰ੍ਹਾਂ ਦੇ ਲੋਕਾਂ ਦਾ ਆਪਸ ਵਿੱਚ ਮੇਲ ਨਹੀਂ ਪਏਗਾ, ਸੰਸਾਰੀਆਂ ਦਾ ਤੇ ਧਰਮੀਆਂ ਦਾ, ਤੇ ਦੋ ਤਰ੍ਹਾਂ ਦੇ ਹੋਰ ਬੰਦੇ ਨੇ, ਕੱਲੀ ਸ਼ਰ੍ਹਾ ਤੱਕ ਜਿਉਣ ਵਾਲੇ ਤੇ ਜਿਹੜੇ ਉੱਚੀ ਅਵਸਥਾ ਵਿੱਚ ਚਲੇ ਜਾਂਦੇ, ਉਹਨਾਂ ਦੀ ਵੀ ਸਮਝ ਨਹੀਂ ਆਏਗੀ ਮਰਿਆਦਾ ਵਾਲਿਆਂ ਨੂੰ ਇਹ ਕਿਵੇਂ ਜੀ ਰਹੇ। ਕਈ ਵਾਰੀ ਕਿਤੇ ਕਿਤੇ ਹੁਣ ਵੇਖੋ, ਉਹ ਪੀਰ ਭੀਖਨਸ਼ਾਹ ਜਿਹੜਾ ਹਰ ਰੋਜ਼ ਉਹਨਾਂ ਨੂੰ ਸਿਖਾਉਂਦਾ ਸੀ ਵੀ ਪੱਛੋਂ ਤੋਂ ਬਿਨਾਂ ਕਿਤੇ ਝੁਕਣਾ ਨਹੀਂ, ਰੱਬ ਇੱਧਰ ਰਹਿੰਦਾ। ਉਹਨਾਂ ਨੂੰ ਕਈ ਸਾਲ ਸਿਖਾਉਂਦਾ ਰਿਹਾ ਤੇ ਅੱਗੇ ਸੈਂਕੜਿਆਂ ਦੀ ਗਿਣਤੀ ਵਿੱਚ ਮੁਰੀਦ ਖੜੇ ਨੇ ਤੇ ਆਪ ਮੱਥਾ ਟੇਕ ਦਿੱਤਾ ਚੜ੍ਹਦੇ ਵੱਲ। ਉੱਥੇ ਰੌਲਾ ਪੈ ਗਿਆ। ਉਹ ਵੀ ਸੱਚੇ ਸਨ, ਵਿਦਿਆਰਥੀ ਵੀ ਦੱਸਦਾ ਰਿਹਾ ਸਾਨੂੰ ਲਹਿੰਦੇ ਵੱਲ, ਆਪ ਚੜ੍ਹਦੇ ਵੱਲ ਟੇਕਤਾ ਮੱਥਾ। ਅਖੀਰ ਨੂੰ ਮੁਰੀਦਾਂ ਨੇ ਹਿੰਮਤ ਕਰਕੇ ਘੇਰ ਲਿਆ ਉਸ ਫਕੀਰ ਨੂੰ, ਕਹਿੰਦੇ ਜੀ ਸਾਨੂੰ ਦੱਸੋ, ਸਾਰੀ ਉਮਰ ਉਪਦੇਸ਼ ਦਿੱਤਾ ਜੇ ਲਹਿੰਦੇ ਵੱਲ ਮੱਥਾ ਟੇਕਣ ਦਾ, ਤੇ ਆਪ ਤੁਸੀਂ ਚੜ੍ਹਦੇ ਵੱਲ ਸਿੱਧਾ ਕਰਤਾ। ਇੱਥੇ ਭੀਖਨਸ਼ਾਹ ਚੁੱਪ ਕਰ ਗਏ, ਕਹਿੰਦੇ ਵੀ ਤੁਸੀਂ ਧਿਆਨ ਨਾਲ ਸੁਣੋ, ਜੇ ਤੁਹਾਡੀ ਸਮਝ ਵਿੱਚ ਆ ਗਿਆ ਪਰ ਆਏਗਾ ਬੜੀ ਮੁਸ਼ਕਲ। ਕਹਿੰਦੇ ਵੀ ਮੈਂ ਤੁਹਾਨੂੰ ਅੱਜ ਵੀ ਕਹਿਣਾ ਤੁਸੀਂ ਲਹਿੰਦੇ ਵੱਲ ਹੀ ਮੱਥਾ ਟੇਕੋ, ਪਰ ਮੈਂ ਚੜ੍ਹਦੇ ਵੱਲ ਟੇਕਣਾ। ਗੱਲ ਕੀ? ਕਹਿਣ ਲੱਗੇ ਤੁਹਾਡੀ ਕਲਾਸ ਵਿੱਚੋਂ ਮੈਂ ਲੰਘ ਚੁੱਕਾ, ਮੇਰੀ ਕਲਾਸ ਅਗਲੀ ਆ ਗਈ। ਤੁਹਾਡੀ ਕਲਾਸ? ਕਹਿੰਦੇ ਸਾਡੀ ਕਿਹੜੀ ਕਲਾਸ ਹੈ? ਕਹਿੰਦੇ ਦੋ ਕਲਾਸਾਂ ਨੇ ਧਰਮ ਵਿੱਚ, ਮੰਨ ਕੇ ਰੱਬ ਨੂੰ ਜਪਣਾ ਤੇ ਵੇਖ ਕੇ ਰੱਬ ਨੂੰ ਜਪਣਾ। ਪਹਿਲਾਂ ਮੰਨਣਾ ਵੀ ਹੈ, ਪਤਾ ਨਹੀਂ ਹੈ ਕਿ ਨਹੀਂ, ਕੀ ਪਤਾ ਹੈ ਵੀ ਕਿ ਨਹੀਂ, ਪਹਿਲਾਂ ਇਹਦੇ ਵਿੱਚੋਂ ਲੰਘਣਾ ਪਏਗਾ। ਤੁਹਾਡੀ ਇਹ ਕਲਾਸ, ਮੈਂ ਤੁਹਾਨੂੰ ਕਿਹਾ ਲਹਿੰਦੇ ਵੱਲ ਹੈ, ਤੁਸੀਂ ਸਿਰ ਝੁਕਾਓ, ਤੁਸੀਂ ਇੱਧਰ ਹੀ ਝੁਕਾਓ। ਤੁਸੀਂ ਨਮਾਜ਼ ਪੜ੍ਹਦੇ ਹੋ ਸਿਰਫ ਰੱਬ ਨੂੰ ਮਨੌਤ ਦੇ ਆਧਾਰ ਤੇ ਵੀ ਉਹ ਹੈ, ਤੁਸੀਂ ਵੇਖਿਆ ਨਹੀਂ। ਪਰ ਭੀਖਨਸ਼ਾਹ ਹੁਣ ਮਨੌਤ ਦੇ ਆਧਾਰ ਤੇ ਨਹੀਂ ਪੜ੍ਹਦਾ, ਭੀਖਨਸ਼ਾਹ ਖੁਦਾ ਨੂੰ ਪਹਿਲਾਂ ਵਹਿੰਦਾ ਤੇ ਪਰਤ ਕੇ ਸਿਰ ਨੀਵਾ ਕਰਦਾ। ਫਰਕ ਬਹੁਤ ਪੈ ਗਿਆ। ਕਹਿੰਦੇ ਕੀ ਗੱਲ? ਕਹਿੰਦੇ ਅੱਜ ਮੈਂ ਵੇਖਿਆ ਉਹ ਖੁਦਾ ਲਹਿੰਦੇ ਵੱਲ, ਉਹਦਾ ਜਲਵਾ ਅੱਜ ਚੜ੍ਹਦੇ ਵੱਲ ਹੈ, ਯਾਨੀ ਕਿ ਪਟਨਾ ਸਾਹਿਬ ਦੀ ਧਰਤੀ ਤੇ। ਇਸ ਕਰਕੇ ਉਸ ਖੁਦਾ ਨੂੰ ਮੈਂ ਉਧਰ ਨਮਸਕਾਰ ਕਰਦਾ। ਇਹ ਦੋ ਕਲਾਸਾਂ ਨੇ। ਇਸ ਕਰਕੇ ਦੋ ਤਰ੍ਹਾਂ ਦੀ ਦੁਨੀਆ ਹੈ। ਇੱਕ ਵਿੱਚ ਵੇਖ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਆਪਣੇ ਘਰ ਵਿੱਚ ਮੰਜੇ ਤੇ ਨੇ ਤੇ ਮਾਤਾ ਜੀ ਨੇ ਪੁੱਛਿਆ ਵੀ ਤੂੰ ਕੱਲਾ ਕਿਉਂ ਬੋਲਣਾ ਹੈ?
सतगुरु कहते मां मैं कदी कला मैं तेनू दस्या नहीं पर अज दस देना। मैं कदी कला नहीं बोलता, मैं जिहदा नाम जपना मेरे सामने है, बिल्कुल उन्होंने वेख के जप रहा। ते मां नू की पता सी, मैं पहला एक दिन बेनती की सी भी माता पिता नू गुरु साहब ने अखीर तक नहीं पता लगन दिता भी नानक कौन है। जिदन वो चढ़ाई करन लगे एक दिन पहला उन्होंने दसिया सारा कुछ, एक दिन पहला विखाया। ते जिस वेले माता तृप्ता जी उन्होंने पूछा भी तू कला बोलना बंद कर, ते सतगुरु ने उत्थे आसा राग विच शब्द उचारिया। शब्द आउंदा आखां जीवां विसरै मर जाऊं, जे मैं बोलना बंद करना तो मेरा श्वास घुटदा है। इहनूं कहंदे भी सास सास सिमरो गोबिंद। जदों प्राणा विच नाम चला जाए ना, प्राणा विच, इहनूं प्राण कहा गया। बाणी विच पढ़ के वेखो, एक शब्द मेरे प्राण बस्त है, बहुड़ जन्म ना हावां। वो अवस्था ऐसी बन जाती है भी जे बंदा याद विचों निकलदा ते श्वास रुकदे ने, याद बंद हो ही नहीं सकती, लगातार ही हो जाती। कहते जे मैं बंद करना तो मेरी मौत होंदी। आखां जीवां विसरै मर जाऊं, आखण औखा साचा नाम। है कठिन इस रस को प्राप्त करना, क्योंकि कुदरत ने जिन्नियां भी चीज़ां ने हर एक चीज दे उत्ते पर्दा पाया, हर एक चीज दी उत्ते कवर ला के उन्होंने कठिन कर देता है। कुदरत का नियम है। तुसी कोई भी चीज वेंदे हो, एक दा ते उदाहरण भी दे दिता ना गुरु ग्रंथ साहिब जी दे विच। कबीर साहब ने गन्ने का उदाहरण दे दिता, कहंदे वेखो गन्ना कितना मिठा है, जिन्नी चीज मिठी होवेगी ते जिन्नी ताकतवर होवेगी कुदरत ओदे अगे रोक लाएगी। ये कुदरत का नियम, उन्होंने तोड़ के जाना पऊ। जिन्नियां चीजां जिन्हां दा मुल घट है ते जिहड़ियां निकम्मियां ने उन्हां ते कोई पर्दा नहीं पाया गया। आ दो चीजां मैं तुहाडे नाल किते गुरु ग्रंथ साहिब जी की बाणी विच आया। कबीर साहब कहते रस को गांडो चूसिया गुण को मरिया रोए। रस को गांडो इत्थे अर्थ ने गन्ने तो, कहते गन्ना चूपना होवे ना ते ओदे उत्तों छिल लाउण वास्ते कई बारी बंदे दे दंदां विचों खून आ जाता छिल लाउण वास्ते, इन्नी सख्त क्यों विच ओदे रस है। जिस चीज दे विच बहुत ज्यादा रस होवेगा उस चीज दे उत्ते पर्दा भी बहुत वड्डा होवेगा। गन्ने नूं ढकिया ताकि रस तक जाण वास्ते पहला मेहनत करनी पै। आदमी बस ऐसे रस की खोज में जिहदे विच मेहनत ना करनी पै, इस करके रस भी छोटे। रस को गांडो चूसिया गुण को मरिया रोए, अवगण यारे मानस है भलो ना कह है कोई। आ तुसी बादाम की गिरी तोड़ते हो, बड़ा ताकतवर है, ओदे उत्ते कवर बड़ा सख्त है। किन्ने फल ने इस धरती ते जिन्हां नूं प्राप्त करन वास्ते आदमी नूं जोर लाउणा पैंदा है। इसी तरह जिहड़ा महारस नाम का रस है वो भी कोई सौखा काम नहीं, वो भी एक बड़े बड़े पर्दे नूं तोड़ के आदमी उन्होंने हासिल कर सकता है। इस करके कहते आखण औखा साचा नाम। फिर इस तो अगली अवस्था दे विच हजूर कहते साचे नाम की लागै भूख। ये बड़ी औखी लगती है भुख, नहीं तो मन अकदा है, नींद आउंदी है, अकेवा आउंदा है, इहदी भुख बड़ी मुश्किल लगती। साचे नाम की लागै भूख उत भुख है। जिहड़ा असीं कहने भी नाम जप के दुख हटदे ने, उदों हटणगे जदों भुख लगी होवे। जे भुख नहीं मन दे विच ते मन दे विच होर कई प्रकार दीयां भुखां ने, कई प्रकार दीयां इच्छावां ने। बिना भुख तो जिन्ना चिर असीं सिमरन करांगे वो सिर्फ भुख लाउण वास्ते कर रहे हां, दुख हटाउण वास्ते नहीं। दुख उदों हटेगा जदों भुख तो बाद खाधा जाएगा। उत भूखा खाहे चलिया दुख, सो क्यों विसरै मेरी माए। साचा सहब साचे नाए, साचे नाम की तिल वडियाई। आख थके कीमत नहीं पाई, जे सब मिलकर आखन पाहे। वड्डा ना होवे घाट ना जाए। ते जिहड़ा विशा आपां लै रहे सी जिहदे विचों कहंदे ना ओह मरै ना होवे सोग। एक ऐसा रस जिन्हों अज भाई गुरदास जी कह रहे ने, बस रस तो बहुत सारे ने संसार दे, पर उन्हां रसां दी अखीर नूं मौत है, अखीर नूं समाप्ति है। एक ऐसा रस जिन्हों कहंदे ना हो मरै,
ਉਹਦੀ ਕਦੀ ਮੌਤ ਨਹੀਂ ਹੁੰਦੀ। ਬਾਕੀ ਦੇ ਜਿੰਨੇ ਰਸ ਨੇ, ਕਬੀਰ ਜੀ ਕਹਿੰਦੇ ਪਾਣੀ ਪੀਓ, ਪਿਆਸ ਲੱਗੀ ਏ, ਪਹਿਲਾ ਘੁੱਟ ਪੀਓਗੇ ਸਵਾਦ ਲੱਗੇਗਾ, ਦੂਸਰਾ ਪੀਤਾ ਸਵਾਦ ਘਟ ਗਿਆ, ਤੀਸਰਾ ਪੀਤਾ ਤੇ ਜਦੋਂ ਪਿਆਸ ਖਤਮ ਹੋ ਗਈ ਪਾਣੀ ਵੱਲ ਵੇਖਣ ਤੇ ਜੀ ਨਹੀਂ ਕਰਦਾ। ਇਹਦੇ ਵਿੱਚ ਵਿਸ਼ੇਸ਼ਤਾ ਇੱਕ ਐਸੇ ਰਸ ਦੀ ਖੋਜ ਰੱਬ ਦੇ ਪਿਆਰਿਆਂ ਨੇ, ਗੁਰੂ ਸਾਹਿਬ ਨੇ ਤਾਂ ਕੀਤੀ ਤੇ ਸਾਨੂੰ ਵੀ ਉਹ ਖੋਜ ਕਰਨ ਵਾਸਤੇ ਕਿਹਾ ਵੀ ਉਸ ਰਸ ਨੂੰ ਲੱਭੋ, ਉਹਨੂੰ ਖੋਜੋ ਜਿਹਨੂੰ ਬੰਦਾ ਪੀਂਦਾ ਵੀ ਜਾਏ, ਜਿਸ ਭੋਗ ਨੂੰ ਭੋਗਦਾ ਵੀ ਜਾਏ, ਪਰ ਭੋਗਣ ਦੀ ਭੁੱਖ ਨਾ ਹਟੇ, ਅਕੇਵਾ ਨਾ ਪੈਦਾ ਹੋਵੇ, ਮਨ ਦੇ ਵਿੱਚ ਦੁੱਧਾ ਪੈਦਾ ਨਾ ਹੋਵੇ। ਇਸ ਕਰਕੇ ਸਤਿਗੁਰੂ ਨੇ ਇੱਕ ਮਹਾਭੋਗ ਵੱਡੇ ਮਿਲਾਪ ਦੀ ਚਰਚਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਕੀਤੀ ਹੈ ਆਨੰਦ ਸਾਹਿਬ ਦੀ ਬਾਣੀ ਵਿੱਚ, ਜਿਹਦੇ ਵਿੱਚ ਕਹਿੰਦੇ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਉ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਇੱਥੇ ਭੋਗ ਸ਼ਬਦ ਵਰਤਿਆ, ਨਹੀਂ ਤੇ ਆਮ ਤੌਰ ਤੇ ਕਿਹਾ ਜਾਂਦਾ ਹੈ ਨਾ ਬਈ ਸੰਸਾਰ ਦੇ ਭੋਗ ਨੇ, ਸੰਸਾਰ ਨੂੰ ਭੋਗਿਆ ਜਾ ਰਿਹਾ ਹੈ। ਪਰ ਗੁਰੂ ਸਾਹਿਬ ਨੇ ਕਿਹਾ ਨਹੀਂ, ਆ ਤੂੰ ਇਸ ਮਾਰਗ ਦੇ ਉੱਤੇ ਤੁਰ, ਤੈਨੂੰ ਮੈਂ ਇੱਕ ਐਸੀ ਦਾਤ ਦਿਆਂਗਾ, ਇੱਕ ਐਸਾ ਭੋਗ ਦਿਆਂਗਾ, ਜੇ ਤੂੰ ਉਹਨੂੰ ਭੋਗ ਲਿਆ ਪਰਤ ਕੇ ਤੈਨੂੰ ਭੁੱਖ ਨਹੀਂ ਲੱਗੇਗੀ, ਪਰਤ ਕੇ ਤੇਰਾ ਮਨ ਭਟਕੇਗਾ ਨਹੀਂ। ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਇਸ ਕਰਕੇ ਭਾਈ ਗੁਰਦਾਸ ਅੱਜ ਦੀ ਇਸ ਪੌੜੀ ਦੇ ਵਿੱਚ ਉਸ ਮਹਾਨ ਆਨੰਦ ਦੀ ਦਾਤ ਦਾ ਵਰਣਨ ਕਰ ਰਹੇ ਨੇ, ਜਿਹੜਾ ਸਾਡੇ ਕੋਲ ਹੈ ਪਰ ਉਹਦੇ ਤੋਂ ਵਾਂਝੇ ਰਹਿ ਕੇ ਅਸੀਂ ਸਾਰੇ ਜੀਵਨ ਨੂੰ ਵਿਅਰਥ ਗਵਾ ਰਹੇ। ਭਾਈ ਗੁਰਦਾਸ ਜੀ ਉਸ ਰਸ ਨੂੰ ਪ੍ਰਾਪਤ ਕਰਨ ਦੀ ਜੁਗਤ ਇਹਦੇ ਵਿੱਚ ਦੱਸਦੇ ਨੇ, ਕਿਵੇਂ ਪ੍ਰਾਪਤ ਕਰਨਾ। ਜਿਹਨੇ ਤ੍ਰਿਪਤ ਕਰ ਦੇਣਾ, ਜਿਹਨੇ ਨਿਸ਼ਾ ਕਰ ਦੇਣੀ, ਜਿਹਨੇ ਜ਼ਿੰਦਗੀ ਦੇ ਸਾਰੀਆਂ ਭਟਕਣਾਵਾਂ, ਸਾਰੇ ਦੁੱਖ, ਸਾਰੀ ਤਰ੍ਹਾਂ ਦੇ ਜਿਹੜੇ ਅੰਦਰ ਵਿਖੇਪ ਸੋਗ ਇਤਿਆਦਿਕ ਨੇ, ਉਹਨਾਂ ਦਾ ਨਾਸ਼ ਕਰ ਦੇਣਾ। ਉਹ ਕਿਵੇਂ ਪ੍ਰਾਪਤ ਹੋ ਸਕਦਾ? ਕਹਿੰਦੇ ਗੱਲੀ ਸਾਧ ਨਾ ਆਵਈ, ਜਿਚਰ ਮੂੰਹ ਖਾਲੀ। ਹੁਣ ਇਹ ਵਿਸ਼ਾ ਕਹਿੰਦੇ ਇਕੱਲੀਆਂ ਗੱਲਾਂ ਦਾ ਨਹੀਂ, ਸਿਰਫ ਗੱਲਾਂ ਤੱਕ ਸੀਮਤ ਰਹਿਣਾ ਧਰਮ ਨਹੀਂ। ਹਾਲਾਂਕਿ ਬਾਣੀ ਦੇ ਵਿੱਚ ਬਹੁਤ ਥਾਵਾਂ ਤੇ ਇੱਕ ਗੱਲ ਕਹੀ ਕਿ ਤੈ ਸਾਹਿਬ ਕੀ ਬਾਤ ਜੇ ਆਖੈ, ਕਹੋ ਨਾਨਕ ਕਿਆ ਦੀਜੈ। ਗੱਲਾਂ ਦੀ ਗੱਲ ਕੀਤੀ ਗਈ, ਉਹਦੀ ਚਰਚਾ ਦੀ ਵੀ ਗੱਲ ਕੀਤੀ ਗਈ, ਉਹਦੇ ਵਿਖਿਆਨ ਦੀ ਵੀ ਗੱਲ ਕੀਤੀ ਗਈ, ਪਰ ਸਤਿਗੁਰੂ ਨੇ ਅਖੀਰ ਤੇ ਕਹਿ ਦਿੱਤਾ, ਜੇ ਕੋਈ ਮਨੁੱਖ ਸੋਚੇ ਵੀ ਕੁਝ ਗੱਲਾਂ ਕਰਨ ਦੇ ਨਾਲ, ਕੁਝ ਗੱਲਾਂ ਪੜ੍ਹਨ ਦੇ ਨਾਲ, ਕੁਝ ਸੁਣਨ ਦੇ ਨਾਲ, ਕੁਝ ਸੋਚਣ ਦੇ ਨਾਲ ਉਹ ਰਸ ਮਿਲ ਜਾਏਗਾ ਤੇ ਮੁਮਕਿਨ ਨਹੀਂ ਹੈ, ਕਮਾਈ ਕਰਨੀ ਪਏਗੀ। ਗੱਲੀ ਜੋਗ ਨਾ ਹੋਈ। ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਯੋਗੀ ਨਾਲ ਗੱਲ ਕਰਦੇ ਹੋਏ ਕਹਿ ਰਹੇ ਨੇ ਵੀ ਜੇ ਤੂੰ ਸਾਰੀਆਂ ਗੱਲਾਂ ਜਾਣ ਲਈਆਂ, ਵਿਚਾਰਾਂ ਪੜ੍ਹ ਲਈਆਂ, ਫਿਲਾਸਫਰ ਬਣ ਗਿਆ, ਕਿਤਾਬਾਂ ਪੜ੍ਹ ਲਈਆਂ, ਲਾਇਬ੍ਰੇਰੀ ਬਣਾ ਲਈ, ਸੋਚ ਲਿਆ ਕਿ ਮੈਂ ਬਹੁਤ ਕੁਝ ਜਾਣ ਲਿਆ, ਇਹਦੇ ਨਾਲ ਉਹਦੀ ਪ੍ਰਾਪਤੀ ਨਹੀਂ ਹੈ। ਗੱਲੀ ਜੋਗ ਨਾ ਹੋਈ। ਏਕ ਦ੍ਰਿਸ਼ਟ ਕਰ ਸਮ ਕਰ ਸੰਸਰ ਜਾਣੈ, ਜੋਗੀ ਕਹੀਐ ਸੋਈ। ਇਹਦੇ ਅੱਗੇ ਇੱਕ ਹੋਰ ਸ਼ਬਦ ਕਿਹਾ, ਕਹਿੰਦੇ ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਇਹ ਪਾਈਐ। ਜੁੜਨ ਦੀ ਜੁਗਤ ਤੈਨੂੰ ਤਾਂ ਲੱਭੇਗੀ ਤੂੰ ਅੰਜਨ ਦੇ ਵਿੱਚ ਨਿਰੰਜਨ ਰਹਿਣ ਦੀ ਜਾਚ ਸਿੱਖ ਲੈ। ਆ ਦੋ ਸ਼ਬਦ ਥੋੜੇ ਜਿਹੇ ਮਿੰਟਾਂ ਵਿੱਚ ਸਾਂਝੇ ਕਰਾਂਗਾ। ਅੰਜਨ ਦਾ ਅਰਥ ਹੈ ਕਾਲਖ, ਅੰਜਨ ਦਾ ਅਰਥ ਹੈ ਸੁਰਮਾ, ਨਿਰੰਜਨ ਦਾ ਅਰਥ ਨਿਰਜਮਾ ਅੰਜਨ, ਜਿਹਦੇ ਵਿੱਚ ਕੋਈ ਕਾਲਖ ਨਹੀਂ, ਜਿਹਦੇ ਵਿੱਚ ਕੋਈ ਮਿਲਾਵਟ ਨਹੀਂ। ਸਤਿਗੁਰੂ ਨੇ ਇੱਕ ਥਾਂ ਤੇ ਨਾਮ ਨੂੰ ਵੀ ਨਿਰੰਜਨ ਕਿਹਾ। ਨਿਰੰਜਨ ਦਾ ਮਤਲਬ ਹੈ ਜਿਹਦੇ ਵਿੱਚ ਕੋਈ ਮਿਲਾਵਟ ਨਹੀਂ, ਬਿਲਕੁਲ ਸ਼ੁੱਧ ਨਾਮ, ਸਿੱਧਾ ਸਾਦਾ। ਅੰਜਨ ਦਾ ਅਰਥ ਹੈ ਸੰਸਾਰ,
निरंजन का अर्थ है नाम। ऐसा नाम निरंजन होए जे को मन जाने मन कोय। कहते अंजन दे विच रहो, इथों बाहर नहीं जाना। रहना संसार दे विच, रहना किरत दे विच, पर किरत दे विच डुबी ना। इत्थे काम करदियां करदियां अंदरों एक नाल जोड़ पा के रख, सिमरन दे नाल जुड़िया रहो। अंजन दे विच तैनूं निरंजन बनन दी जाच आ जाएगी, जुगत आ जाएगी। पर जे कोई कहे मैं सिर्फ गल्लां दे नाल ही ये सब कुछ प्राप्त करांगा, ते ये सोचण दा भी विषा नहीं। जिन्ना चिर मनुख जपदा नहीं, ते भगत कबीर साहब ने बड़े प्यारे बचन कहते हर का नाम ना जब सगवारा, क्या सोचै बारंबार। कोई आदमी किन्ना भी सोचता रहे, विचारता रहे, लिखता रहे, पढ़ता रहे, जिन्ना चिर अपनी रसना की वरतों नहीं करता, प्यार विच जुड़ता नहीं, उन्ना चिर कोई भी विचार उन्होंने उच्चा नहीं चुक सकेगा। सो आओ कुछ मिनटां वास्ते उस नाम का सांझ पाइए। सारिਆਂ ने जुड़न की कृपा करनी। वाहेगुरु 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 वाहेगुरु
गुरदास साहब कहते गली साध ना आवई जे चर मूँह खाली। जिन्ना चर अंदरों भावना ना पैदा होए ते उदाहरणा दित्तियां। कहते वेखो कड़छी सारा दिन भोजन विच लंघदी, कड़छी सारा दिन खट्टे मिठे पदार्थां दे विचों दी गुजरदी है, तैयार भी करदी है, बनाउंदी भी है, वरताउंदी भी। कड़छी नूं तकरीबन अद्धा 24 घंटियां विचों 12 घंटे कड़छी भोजन दे विच रहिंदी। पर उन्होंने पुछो इस भोजन का स्वाद किवें दा? ये भी भाई गुरदास जी ने उदाहरणा दित्तियां। वो कहते ने कड़छी सवाओ ना संभलै, भोजन रस खाना है। कहते ओदे विच ओ दात नहीं भी वो भोजन बारे दस सके रहिंदी विच। इसे तरह ये भी ख्याल रखना बड़ा जरूरी है। कई बारी साडी रसना ते बाणी दे विच ही रहिंदी है पर वो कड़छी वाले काम करदी है। उहदा कारण की? भावना दी प्रतीत अंदर नहीं ते पता किवें लगे विच रस किवें? वो बड़ा जरूरी है। वो कड़छी वांगना किदे विच फिरदी रहे। धर्म दीयां गल्लां इत्थे कड़छी दी उदाहरण तां दित्ती बई सारे लोग बहुतात विच धर्म दीयां गल्लां बहुत जानते हैं, सगों ज्यादा जानते जिन्हां दे कोल इह दात नहीं हुंदी। बहुत तिखे गुरु ग्रंथ साहिब जी की बाणी पढ़ के वेखो, ज्यों निगरा बहु बातां जाने निगुरा आदमी। गुरु दे भै तो रहत बंदा गल्लां बहुत जानेगा, बड़ियां गल्लां होणगियां, उस गल्लां दे विच हरा भी जाएगा। उहदे कोल बड़े बड़े तिखे शब्द होण। पर दूजे पासे जे तुसीं वेखिया होना है बई नलका गेड़ीए, जे पानी आ रहा तो नलके की आवाज होर होगी, जे वो पानी छड़ गया तो उसकी आवाज बड़ी दूर जाएगी। ये फर्क है। इहदा सारियां उदाहरणा तां दित्तियां कि डड्डू चिकड़ वास है कबले ना सिजाना है। भाई गुरदास जी कहंदे कमल दा फुल उस पानी दे विच उगया जिथे डड्डू फिरदा सी। सारी उम्र उहदी नाल दे दुआले चक्कर कटदा है। पर उस डड्डू नूं पुछो भी ये कमल दे फुल दे विचों सुगंधी आउंदी, कहेगा सुगंधी हुंदी किथे? सुगंधी है ही नहीं, क्योंकि उहदे विचों बिरती नहीं पैदा हुई। उहदे अंदर भवर वाली ना उड़ सकदा ना फुल दे नेड़े जा सकदा, रहिंदा वो भी कमल दे कोल। दो तरह के लोग धर्म दे विच रहिंदे ने। एक वो जिहड़े सिर्फ जाले खांदे ने, एक सिर्फ जो उड़ान भर के फुल विचों सुगंधी लै लैंदे ने। जरूरी नहीं ये रस्ता बड़ा तां ही ते खंडे धार के है, कोई पता नहीं असीं जिहड़ा काम कर रहे हैं उहदे विच संपूर्णता है कि नहीं। इत्थों तक भी हो सकदा एक डड्डू दी बिरती मैंडक दी है ते एक भवरे दी है। भवरे दा मतलब है मन इको ही है, उन्हें भवरा बनना है, उन्हें डड्डू बन जाना है। कोई वखरी चीज नहीं, इको चीज है साडे विच। मन दो नहीं हन, मन इको ही है। जे ते वो गुणा दे नाल भरपूर हो गया ते भवरा बन गया, जे अवगुणा नाल भरपूर हो गया ते डड्डू बन गया। उन्हें फिर काई खानी। ये भवरे की निशानी की है? भवरे वाले जिदा मन भवरे वर्गा उसकी निशानी उहदे मन दे विच परोपकार, दया, धर्म, ये सारियां चीज़ां होण। सतगुरु नानक देव पातशाह जी ने पंडित हरदयाल जी नूं यही उपदेश दिता सी जदों उन्हां नूं एक लिया के जनेऊ पहनाउण लगे। क्योंकि गुरु साहब उस घर विच जन्मे जिथे जनेऊ पाउण दा बहुत पुराना रिवाज सी। जदों जनेऊ बनाया गया, लोग सदे गए, आप जिक्र किया गुरु साहब आसा दीवान विच। वो कहते तग कपाहों कतिया बामण वटिया, कोहो बकरा रिन खाया, सबको आखे पाए। जदों जनेऊ पाया जाता सी ते बकरा वड़दे सन कोह के, ते पिछों सारे कह दिंदे सन पाए भी पै गया, जनेऊ पै गया। ये रीत गुरु नानक दे घर विच भी हुई। पंडित जी नूं सद्या गया,
ਤੇ ਕਹਿੰਦੇ ਨੇ ਵੀ ਸਤਿਗੁਰਾਂ ਨੂੰ ਉਹਨਾਂ ਦੇ ਪਿਤਾ ਨੇ ਪੁੱਛਿਆ ਸੀ ਵੀ ਸਾਡੇ ਵਿੱਚ ਰਿਵਾਜ ਹੈ 9 ਸਾਲ ਦੀ ਉਮਰ ਵਿੱਚ ਜਨੇਊ ਪਾਇਆ ਜਾਂਦਾ ਤੇ ਮੈਂ ਸਾਰੇ ਰਿਸ਼ਤੇਦਾਰਾਂ ਨੂੰ ਬੁਲਾਉਣਾ, ਪੰਡਿਤ ਜੀ ਨੂੰ ਬੁਲਾਉਣਾ, ਤੇ ਤੂੰ ਦੱਸ ਤਿਆਰ ਹੈ ਨਾ? ਕਿਉਂਕਿ ਹਰ ਰੋਜ਼ ਕੋਈ ਨਾ ਕੋਈ ਗੱਲ ਸੁਣਦੇ ਸੀ ਜਿਹੜੀ ਉਲਟ ਲੱਗਦੀ ਸੀ ਉਹਨਾਂ ਨੂੰ। ਸਤਿਗੁਰੂ ਹਰ ਇੱਕ ਚੀਜ਼ ਦਾ ਜਵਾਬ ਮੰਗਦੇ ਸੀ। ਇਹ ਖਿਆਲ ਰੱਖਣਾ, ਜਿੱਥੇ ਸਿੱਖੀ ਦੇ ਵਿੱਚ ਸ਼ਰਧਾ ਹੈ ਕੋਈ ਸ਼ੱਕ ਨਹੀਂ, ਉੱਥੇ ਗੁਰਸਿੱਖੀ ਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਵੀ ਕਿੰਤੂ ਪਰੰਤੂ ਹੈ ਨਹੀਂ, ਹੈ ਜ਼ਰੂਰ, ਪਰ ਕਿੰਤੂ ਪਰੰਤੂ ਦੋ ਤਰ੍ਹਾਂ ਦਾ ਹੁੰਦਾ। ਇੱਕ ਹੁੰਦਾ ਜਾਣ ਬੁੱਝ ਕੇ ਕਰਨਾ, ਬਿਨਾਂ ਕੰਮ ਤੋਂ ਕਰਨਾ। ਇੱਕ ਹੁੰਦਾ ਵੀ ਸਚਾਈ ਵਿੱਚੋਂ ਪੈਦਾ ਹੋਣਾ ਵੀ ਜਿਹੜਾ ਕੰਮ ਅਸੀਂ ਕਰ ਰਹੇ ਹਾਂ ਇਹਦਾ ਕਾਰਨ ਕੀ, ਕਾਰਨ ਦੱਸੋ, ਆਪਾਂ ਕਿਉਂ ਕਰ ਰਹੇ ਹਾਂ, ਕਾਹਦੇ ਵਾਸਤੇ ਕਰਨੇ ਆ, ਕੀ ਅਸੀਂ ਉਹ ਕੰਮ ਕਰਨਾ ਹੈ ਕਿ ਨਹੀਂ। ਤੇ ਗੁਰੂ ਨਾਨਕ ਸਾਹਿਬ ਨੂੰ ਪਤਾ ਸੀ ਵੀ ਜੇ ਮੈਂ ਅੱਜ ਕਹਿ ਦਿੱਤਾ ਨਾ ਵੀ ਮੈਂ ਜਨੇਊ ਨਹੀਂ ਪਾਉਣਾ, ਇਹਦਾ ਕੋਈ ਲਾਭ ਨਹੀਂ ਹੋਣਾ, ਮੈਂ ਲੋਕਾਂ ਨੂੰ ਦੱਸਣਾ ਵੀ ਇਹ ਕੀ ਹੈ। ਉਹਨਾਂ ਨੇ ਕਿਹਾ ਠੀਕ ਹੈ, ਤੁਸੀਂ ਬੁਲਾਓ, ਸਾਰਿਆਂ ਨੂੰ ਕਰੋ ਪ੍ਰਬੰਧ। ਸਮਾਗਮ ਦਾ ਪ੍ਰਬੰਧ ਹੋ ਗਿਆ, ਲੋਕ ਸੱਦ ਲਏ ਗਏ, ਸਾਰਾ ਕੁਝ ਤਿਆਰ ਬਰ ਤਿਆਰ ਹੋ ਗਿਆ। ਪੰਡਤ ਜੀ ਬੈਠ ਗਏ, ਕਹਿੰਦੇ ਬੁਲਾਓ ਨਾਨਕ ਨੂੰ। ਗੁਰੂ ਸਾਹਿਬ ਆਏ ਤੇ ਉਹ ਆਪਣਾ ਮੰਤਰ ਪੜ੍ਹ ਕੇ ਜਦੋਂ ਧਾਗਾ ਲੈ ਕੇ ਪਾਉਣ ਲੱਗਾ ਤੇ ਸਤਿਗੁਰੂ ਨੇ ਪੰਡਤ ਜੀ ਦੀ ਬਾਂਹ ਫੜ ਲਈ। ਕਹਿੰਦੇ ਠਹਿਰੋ, ਮੈਂ ਤੁਹਾਨੂੰ ਕੁਝ ਪੁੱਛਣਾ। ਕਹਿੰਦੇ ਕੀ ਹੈ? ਕਹਿੰਦੇ ਜਨੇਊ ਹੈ। ਸਤਿਗੁਰੂ ਨੇ ਪੁੱਛਿਆ ਵੀ ਇਹ ਜਨੇਊ ਜੋ ਤੁਸੀਂ ਧਾਗਾ ਮੇਰੇ ਗਲ ਵਿੱਚ ਪਾਉਣ ਲੱਗੇ ਹੋ, ਮੇਰੇ ਅੰਦਰ ਕੋਈ ਤਬਦੀਲੀ ਲਿਆਏਗਾ, ਮੇਰੇ ਅੰਦਰ ਕੁਝ ਫਰਕ ਪਾਏਗਾ? ਉਹ ਕਹਿੰਦਾ ਜੀ ਮੈਂ ਤੁਹਾਡੀਆਂ ਗੱਲਾਂ ਨਹੀਂ ਸਮਝਦਾ, ਕਿਹੜੀਆਂ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਹਿਣ ਲੱਗੇ ਮੈਂ ਇਹ ਪੁੱਛਣਾ ਚਾਹੁੰਦਾ ਵੀ ਆਹ ਧਾਗਾ ਜਿਹੜਾ ਤੁਸੀਂ ਪਾਉਣ ਲੱਗੇ ਹੋ ਇਹ ਮੇਰੀਆਂ ਅੱਖਾਂ ਨੂੰ ਰੋਕੇਗਾ ਗਲਤ ਵੇਖਣ ਤੋਂ, ਮੇਰੀਆਂ ਇੰਦਰੀਆਂ ਨੂੰ ਰੋਕੇਗਾ, ਮੇਰੇ ਪੈਰਾਂ ਨੂੰ ਰੋਕੇਗਾ ਗਲਤ ਜਾਣ ਤੋਂ, ਮੇਰੇ ਹੱਥਾਂ ਨੂੰ ਗਲਤ ਕੰਮ ਕਰਨ ਤੋਂ ਰੋਕੇਗਾ? ਤੇ ਪੰਡਤ ਹਰਦਿਆਲ ਜੀ ਨੂੰ ਪਤਾ ਸੀ ਵੀ ਆ ਜਿਹੜੇ ਸਾਰੇ ਪਿੱਛੇ ਬੈਠੇ ਇਹਨਾਂ ਨੂੰ ਪਾਏ ਹੋਏ ਨੇ, ਜੇ ਮੈਂ ਕਹਿ ਦਿੱਤਾ ਰੋਕੇ ਨੇ ਤੇ ਉਹਨਾਂ ਪਰਤ ਕੇ ਕਹਿਣਾ ਵੀ ਵਿਖਾਓ ਇੱਥੇ ਬੰਦਾ ਜਿਹਨੇ ਪਾਏ ਨੇ ਕਿੰਨੇ ਕੁ ਰੋਕੇ। ਇਹ ਇੱਕ ਬਹੁਤ ਵੱਡਾ ਸਵਾਲ ਹੈ ਧਾਰਮਿਕ ਜਗਤ ਵਿੱਚ ਵੀ ਬੰਦੇ ਨੂੰ ਧਰਮੀ ਹੋ ਕੇ ਕੋਈ ਫਰਕ ਪਿਆ ਹੈ ਕਿ ਨਹੀਂ। ਗੱਲ ਇੱਥੇ ਆ ਕੇ ਖੜੀ ਹੈ। ਅਗਲੀ ਪਨੀਰੀ ਧਰਮੀ ਤਾਂ ਬਣੇਗੀ ਜੇ ਉਹਨਾਂ ਦੇ ਅੱਗੇ ਤੁਰਨ ਵਾਲੇ ਧਰਮ ਦੇ ਵਿੱਚੋਂ ਕੁਝ ਸਾਹਮਣੇ ਕੁਆਲਿਟੀ ਪੇਸ਼ ਕਰ ਸਕੇ, ਨਹੀਂ ਤਾਂ ਅਗਲੀ ਪੀੜ੍ਹੀ ਧਰਮੀ ਨਹੀਂ ਬਣੇਗੀ। ਸਚਾਈ ਇਹ ਵੀ ਅੱਜ ਦਾ ਨੌਜਵਾਨ ਧਰਮ ਤੋਂ ਬਾਗੀ ਤਾਂ ਹੋ ਗਿਆ ਕਿਉਂਕਿ ਅਗਲੇ ਫਰੰਟ ਤੇ ਅਸੀਂ ਤੁਰਨ ਵਾਲੇ ਲੋਕ ਧਰਮ ਦੀ ਕੋਈ ਵੀ ਨਤੀਜਾ ਕੱਢ ਕੇ ਸਾਹਮਣੇ ਉਹਨਾਂ ਦੇ ਰੱਖ ਨਹੀਂ ਸਕੇ ਵੀ ਧਰਮ ਕੀ ਹੁੰਦਾ, ਵਿਖਾ ਨਹੀਂ ਸਕੇ। ਇਹ ਤੇ ਠੀਕ ਹੈ, ਚਲੋ ਬਾਹਰਲਾ ਰੂਪ ਹੈ ਨਾ, ਪਰ ਅੰਦਰੋਂ ਸਾਡੇ ਕੋਈ ਗੁਣ ਵੇਖਣ। ਸਤਿਗੁਰੂ ਨੇ ਪੁੱਛਿਆ ਤਗ ਨਾ ਇੰਦਰੀ, ਤਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ, ਤਗ ਨਾ ਪੈਰੀ, ਤਗ ਨਾ ਅੱਖੀ, ਤਗ ਨਾ ਜੇਵਾ, ਜ਼ੁਬਾਨ ਝੂਠ ਬੋਲਦੀ ਉਹਨੂੰ ਵੀ ਧਾਗਾ ਕੁਝ ਨਹੀਂ ਰੋਕ। ਤਗ ਨਾ ਜੇਵਾ ਤਗ ਨਾ ਅੱਖੀ, ਵੇ ਤਗਾ ਆਪੇ ਵਤੈ ਵਟ ਧਾਗੇ ਅਵਰਾ ਘਤੈ, ਲੈ ਭਾੜ ਕਰੇ ਵਿਆਹੋ ਕੱਢ ਕਾਗਲ ਦੱਸੇ ਰਾਹੋ, ਸੁਣ ਲੋਕਾ ਇਹ ਵਿਡਾਨ ਮਨ ਅੰਧਾ ਨਾਉ ਸੁਜਾਨ। ਪੰਡਤ ਨੇ ਜਦੋਂ ਇਹ ਗੱਲਾਂ ਸੁਣੀਆਂ ਪੰਡਤ ਹਰਦਿਆਲ ਜੀ ਹੈਰਾਨ ਹੋ ਗਏ। ਕਹਿਣ ਲੱਗੇ ਨਾਨਕ ਜਿਹੜੀਆਂ ਗੱਲਾਂ ਤੂੰ ਕਰਨਾ ਇੱਥੇ ਸਮਾਜ ਵਿੱਚ ਨਹੀਂ ਹੋ ਚੱਲਦੀ। ਹਜ਼ੂਰ ਕਹਿੰਦੇ ਮੈਂ ਫਿਰ ਇਸ ਤਰ੍ਹਾਂ ਦਾ ਧਾਗਾ ਪਾਉਣਾ ਹੀ ਨਹੀਂ। ਜੇ ਤੇਰੇ ਕੋਲ ਇੱਕ ਧਾਗਾ ਹੈ ਤੇ ਮੈਂ ਤੈਨੂੰ ਦੱਸ ਦੇਣਾ ਜੋ ਹੈ ਤਾਂ ਮੈਨੂੰ ਪਾ, ਜੇ ਤੁਹਾਡੇ ਕੋਲ ਹੈ ਤਾਂ। ਉਹ ਧਾਗਾ ਵੀ ਬਾਣੀ ਵਿੱਚ ਦੱਸਿਆ ਵੀ ਅਸੀਂ ਕਿਹੜਾ ਧਾਗਾ, ਸਾਡੇ ਸਰੀਰ ਤੇ ਪਾਏ ਹੋਏ ਕਕਾਰ ਕਦੋਂ ਸਫਲ ਹੋਣ, ਉਹ ਧਾਗਾ ਕਾਹਦਾ ਬਣਦਾ ਹੈ। ਗੁਰੂ ਸਾਹਿਬ ਨੇ ਕਿਸੇ ਚੀਜ਼ ਤੋਂ ਇਨਕਾਰ ਨਹੀਂ ਕੀਤਾ। ਇੱਥੇ ਕਈ ਵਾਰੀ ਸਾਡੇ ਵਿਚਾਰਕ ਅਰਥ ਕੱਢ ਦਿੰਦੇ ਵੀ ਗੁਰੂ ਸਾਹਿਬ ਨੇ ਉਹਨੂੰ ਕਿਹਾ ਸੀ ਵੀ ਜਨੇਊ ਨਹੀਂ ਪਾਉਣਾ, ਜਨੇਊ ਗਲਤ ਹੈ। ਨਹੀਂ, ਗੁਰੂ ਸਾਹਿਬ ਨੇ ਕਿਸੇ ਧਰਮ ਦੇ ਚਿੰਨ੍ਹ ਦੇ ਉੱਤੇ ਕਦੀ ਵੀ ਕਿੰਤੂ ਨਹੀਂ ਕੀਤਾ। ਉਹ ਪਾ ਸਕਦਾ, ਜਨੇਊ ਪਾ ਸਕਦਾ ਹੈ, ਸੁਨਤ ਕਰ ਸਕਦਾ ਹੈ। ਤੇ ਜੇ ਅਸੀਂ ਅੱਜ ਉਹਨਾਂ ਨੂੰ ਕਵਾਂਗੇ ਵੀ ਗੁਰੂ ਸਾਹਿਬ ਨੇ ਕਿਹਾ ਸੀ ਵੀ ਜਨੇਊ ਨਹੀਂ ਪਾਉਣਾ ਤੁਸੀਂ, ਫਿਰ ਉਹ ਵੀ ਸਾਨੂੰ ਕਹਿ ਸਕਦੇ ਵੀ ਤੁਸੀਂ ਕਿਉਂ ਪੰਜ ਕਕਾਰ ਪਾਉਂਦੇ, ਕਿਉਂਕਿ ਇਹ ਸਾਰੇ ਚਿੰਨ੍ਹ ਨੇ ਧਰਮ ਦੇ।
ਸਤਿਗੁਰੂ ਨੇ ਅਸਲ ਵਿੱਚ ਕਿਹਾ ਸੀ ਵੀ ਜਿਹੜੀ ਚੀਜ਼ ਤੁਸੀਂ ਬਾਹਰ ਪਾਉਂਦੇ ਹੋ ਉਹਦਾ ਪਰਛਾਵਾਂ ਅੰਦਰ ਪੈਣਾ ਚਾਹੀਦਾ। ਜਿਹੜੀ ਵਸਤੂ ਤੁਸੀਂ ਬਾਹਰ ਪਾਈਏ, ਤੇ ਉਹਨਾਂ ਨੇ ਬਚਨ ਕੀਤੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹੈ ਤਾਂ ਭਾਂਡੇ ਘੱਤ। ਜੇ ਤੇਰੇ ਕੋਲ ਇਹ ਜਨੇਊ ਹੈ ਜਿਹਨੂੰ ਸਭ ਤੋਂ ਪਹਿਲਾਂ ਦਇਆ ਦਾ ਸੂਤਰ ਲੱਗਾ ਹੈ, ਧਾਗਾ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਦਇਆ ਦੀ ਕਪਾਹ ਚਾਹੀਦੀ। ਦਇਆ ਦਾ ਮਤਲਬ ਹੈ ਮਨ ਦੇ ਵਿੱਚ ਨਿਮਰਤਾ ਦਾ ਆਉਣਾ। ਦਇਆ ਇੱਕ ਐਸੀ ਸਥਿਤੀ ਹੈ ਜਿਹੜੀ ਸੋਚਣ ਨਾਲ ਨਹੀਂ ਆਉਂਦੀ, ਜਿਹੜੀ ਗੁਰੂ ਦੇ ਮਾਰਗ ਤੇ ਤੁਰਨ ਦੇ ਨਾਲ ਆਪਣੇ ਆਪ ਅੰਦਰ ਇੱਕ ਅਵਸਥਾ ਬਣਦੀ ਹੈ। ਉਹ ਦਇਆ ਸਾਰਿਆਂ ਤੇ ਇੱਕੋ ਜਿਹੀ ਹੋਏਗੀ, ਚੁਣ ਕੇ ਲੋਕਾਂ ਤੇ ਦਇਆ ਨਹੀਂ ਹੋਵੇਗੀ। ਜਿਹੜੀ ਚੀਜ਼ ਦਿਮਾਗ ਤੋਂ ਇਕੱਲੇ ਤੋਂ ਸੋਚ ਕੇ ਅਸੀਂ ਕਰਨੇ ਆ ਵੀ ਦਇਆ ਕਰੀਏ, ਸੱਚ ਬੋਲੀਏ, ਪਰਉਪਕਾਰ ਕਰੀਏ, ਉਹ ਜਾਲੀ ਹੁੰਦਾ ਸਾਰਾ। ਕਹਿੰਦੇ ਦਇਆ ਦਾ ਕਪਾਹ ਸੰਤੋਖ ਸੂਤ। ਸੰਤੋਖ ਦਾ ਮਤਲਬ ਮਨ ਦਾ ਰਜੇਵਾਂ। ਜਤ ਗੰਢੀ, ਜਤ ਦੇ ਇੱਥੇ ਅਰਥ ਨੇ ਸਰੀਰ ਦਾ ਸੰਜਮ। ਹਰ ਪ੍ਰਕਾਰ ਦੇ ਨਾਲ ਖਾਣ ਦੇ ਵਿੱਚ, ਸੌਣ ਦੇ ਵਿੱਚ, ਜਿੰਨੇ ਵੀ ਅਸੀਂ ਕੰਮ ਕਰ ਰਹੇ ਹਾਂ, ਜਦੋਂ ਉਹਨਾਂ ਦੀ ਹੱਦ ਬੰਨੀ ਆ ਜਾਏਗੀ ਉਸ ਵੇਲੇ ਸਿੱਖੀ ਦੇ ਵਿੱਚ ਜਤ ਆ ਜਾਏਗਾ। ਇੱਥੇ ਜਤੀ ਦੇ ਅਰਥ ਗ੍ਰਸਥ ਤਿਆਗਣਾ ਨਹੀਂ ਹੈ। ਇੱਥੇ ਜਤ ਦੇ ਅਰਥ ਨੇ ਸਰੀਰ ਦੀ ਹਰ ਇੱਕ ਲੋੜ ਨੂੰ ਸੰਜਮ ਵਿੱਚ, ਹੱਦ ਦੇ ਵਿੱਚ ਰੱਖਣਾ। ਜਤ ਦੀਆਂ ਗੰਢਾਂ ਪਾ ਤੇ ਸਤ ਉੱਚਾ ਆਚਰਨ। ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ। ਇਹ ਜਿਹੜਾ ਜਨੇਊ ਹੈ ਨਾ, ਇਹ ਅੰਦਰਲੇ ਪਾਸੇ ਹੁੰਦਾ ਹੈ। ਤਾਂ ਜੇ ਤੇਰੇ ਕੋਲ ਹੈ ਭਾਂਡੇ, ਹੇ ਪੰਡਤ ਘੱਤ ਦਾ ਅਰਥ ਮੈਨੂੰ ਪਾ ਦੇ। ਫਿਰ ਕਹਿੰਦੇ ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਜਲੈ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗਲ ਚੱਲੈ ਪਾਏ। ਫਿਰ ਅੱਗੇ ਉਸ ਜਨੇਊ ਦੀ ਵਿਆਖਿਆ ਕੀਤੀ ਜਿਹੜਾ ਸੂਤਰ ਦਾ ਬਣਿਆ, ਸਿੱਟ ਦਿੱਤਾ ਜਾਂਦਾ ਹੈ, ਸੜ ਜਾਂਦਾ ਹੈ, ਉਹਦੀ ਵੀ ਵਿਆਖਿਆ ਕੀਤੀ। ਕਹਿਣ ਤੋਂ ਭਾਵ ਸਾਡੇ ਅੰਦਰ ਜਦੋਂ ਇਹ ਗੁਣ ਆਉਣਗੇ ਨਾ, ਤੇ ਸਾਡੀ ਬਿਰਤੀ ਉਹ ਹੀ ਮਨ ਜਿਹੜਾ ਡੱਡੂ ਵਾਲਾ ਰੂਪ ਧਾਰਨ ਕਰਦਾ ਸੀ, ਜਿਹੜਾ ਸਿਰਫ ਇੱਕ ਸਾਧ ਸੰਗਤ ਦੀ ਕੜਛੀ ਵਾਲਾ ਕੰਮ ਕਰ ਰਿਹਾ ਸੀ, ਧਰਮ ਦੇ ਵਿੱਚ ਵੀ ਉਹਦੀ ਤਸਵੀਰ ਤਬਦੀਲ ਹੋ ਜਾਏਗੀ, ਬਦਲ ਜਾਏਗਾ। ਔਰ ਉਹਦੇ ਵਿੱਚ ਇਹ ਗੁਣ ਪੈਦਾ ਹੋ ਜਾਣਗੇ ਕਿ ਉਹ ਹਰ ਇੱਕ ਚੀਜ਼ ਨੂੰ ਪ੍ਰਤੀਤ ਕਰਨ ਲੱਗ ਪਏਗਾ। ਉਹ ਭਵਰਾ ਬਣ ਜਾਏਗਾ ਤੇ ਫੁੱਲ ਦੇ ਵਿੱਚੋਂ ਰਸ ਲੈਣ ਲੱਗ ਪਏਗਾ, ਖੁਸ਼ਬੂ ਲੈਣ ਲੱਗ ਪਵੇਗਾ। ਉਹਨੂੰ ਕਾਈ ਖਾਣ ਦੀ ਆਦਤ ਖਤਮ ਹੋ ਜਾਏਗੀ। ਇਸ ਕਰਕੇ ਜੇ ਕੇਵਲ ਅਸੀਂ ਗੱਲਾਂ ਤੱਕ ਇੱਕ ਪਾਸੇ ਸੁਣਾਈਆਂ, ਇੱਕ ਪਾਸੇ ਸੁਣੀਆਂ, ਕਬੀਰ ਜੀ ਤੇ ਇੱਥੋਂ ਤੱਕ ਚਲੇ ਗਏ, ਉਸ ਧਰਮੀ ਬੰਦੇ ਨੂੰ ਇੱਕ ਗਧੇ ਨਾਲ ਤੁਲਨਾ ਦਿੰਦੇ ਨੇ, ਤੇ ਉਦਾਹਰਨ ਉਹਨਾਂ ਨੇ ਬੜੀ ਠੋਕ ਕੇ ਦਿੱਤੀ। ਇਹ ਠੀਕ ਹੈ, ਧਰਮ ਬਾਰੇ ਪੜ੍ਹਨਾ, ਸੁਣਨਾ, ਬੋਲਣਾ ਬੜਾ ਵਧੀਆ ਗੱਲ ਹੈ, ਪਰ ਕਬੀਰ ਜੀ ਨੇ ਇੱਕ ਥਾਂ ਤੇ ਉਦਾਹਰਨ ਦਿੱਤੀ ਹੈ। ਕਹਿਣ ਲੱਗੇ ਜੇ ਕੇਵਲ ਧਰਮ ਸਿਰਫ ਰਸਨਾ ਤੇ ਹੈ ਤੇ ਸਿਰਫ ਬੰਦੇ ਦੇ ਦਿਮਾਗ ਦੇ ਸਟੋਰ ਵਿੱਚ ਇਕੱਠਾ ਕੀਤਾ ਹੋਇਆ, ਉਹ ਕੰਮ ਨਹੀਂ ਦੇਗਾ। ਉਹਨਾਂ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਵੇਦ ਪੁਰਾਣ ਪੜ੍ਹੇ ਕਾ ਇਹ ਗੁਣ ਖਰ ਚੰਦਨ ਜਸ ਭਾਰਾ। ਜਿਵੇਂ ਖਰ ਦੇ ਅਰਥ ਨੇ ਖੋਤਾ, ਕਹਿੰਦੇ ਕਿਸੇ ਖੋਤੇ ਦੀ ਪਿੱਠ ਦੇ ਉੱਤੇ ਚੰਦਨ ਇਕੱਠਾ ਕਰਕੇ ਪੰਡ ਬੰਨ ਕੇ ਰੱਖ ਦਿਓ, ਇੱਥੋਂ ਲੱਦੋ ਤੇ ਸ਼ਹਿਰ ਤੇ ਦੂਜੇ ਪਾਸੇ ਉਹ ਛੱਡ ਆਵੇ। ਇੱਥੋਂ ਚੁੱਕਿਆ ਤੇ ਉੱਥੇ ਛੱਡ ਦਿੱਤਾ, ਪਰ ਉਸ ਖੋਤੇ ਨੂੰ ਉਸ ਚੰਦਨ ਦਾ ਕੋਈ ਅਸਰ ਨਹੀਂ, ਉਹਨੇ ਉੱਪਰ ਚੁੱਕਿਆ। ਇਸ ਤਰ੍ਹਾਂ ਜੇ ਕੋਈ ਬੰਦਾ ਸਿਰਫ ਧਰਮ ਬਾਰੇ ਕਹਾਣੀਆਂ ਸੁਣਾ ਦੇ, ਯਾਦ ਕਰ ਲਵੇ, ਇੱਕ ਥਾਂ ਤੋਂ ਇਕੱਠੀਆਂ ਕੀਤੀਆਂ, ਸ਼ੇਰਬਾਜ਼ੀ ਇਕੱਠੀ ਕੀਤੀ, ਲੋਕਾਂ ਨੂੰ ਪ੍ਰਭਾਵਿਤ ਕਰ ਲਿਆ, ਲੋਕਾਂ ਨੂੰ ਸੁਣਾ ਦਿੱਤਾ, ਪਰ ਆਪਣਾ ਉਹਦੇ ਨਾਲ ਉਹਦੇ ਕੋਈ ਸੰਬੰਧ ਨਹੀਂ। ਦੂਜੇ ਪਾਸੇ ਅਸੀਂ ਸੁਣ ਵੀ ਲਿਆ, ਇਕੱਠਾ ਕਰ ਲਿਆ ਤੇ ਵਾਵਾ ਕਰ ਦਿੱਤੀ, ਉਹ ਵੀ ਇੱਕ ਗਿਆਨ ਨੂੰ ਸਟੋਰ ਕਰ ਲਿਆ। ਇਹ ਸਥਿਤੀ ਬੜੀ ਖਤਰਨਾਕ ਹਰ ਇੱਕ ਕੌਮ ਦੇ ਵਿੱਚ। ਅਸੀਂ ਭਰਮ ਵਿੱਚ ਪੈ ਜਾਂਦੇ ਹਾਂ ਵੀ ਬੜਾ ਵੱਡਾ ਧਰਮੀ ਹੈ, ਬੜੀਆਂ ਗੱਲਾਂ ਜਾਣਦਾ, ਬੜੀ ਤਰਤੀਬ ਆਉਂਦੀ, ਬੜਾ ਤਰੀਕਾ ਹੁੰਦਾ, ਤੇ ਸੁਣਨ ਵਾਲਾ ਵੀ ਇਸ ਭਰਮ ਵਿੱਚ ਪੈ ਜਾਂਦਾ ਹੈ ਵੀ ਇਹ ਗੱਲਾਂ ਮੈਨੂੰ ਸਾਰੀਆਂ ਆਉਂਦੀਆਂ ਨੇ, ਯਾਦ ਹੋ ਗਈਆਂ, ਹੁਣ ਮੈਨੂੰ ਗਿਆਨ ਪੈਦਾ ਹੋ ਗਿਆ, ਬ੍ਰਹਮ ਗਿਆਨ ਪੈਦਾ ਹੋ ਗਿਆ।
जद कि ये जिहड़ी हालत है बंदे का नुकसान करदी, असल विच जिहड़ा सुनिया कमाई विच तब्दील हो जाए, अंदरूनी तौर ते अंदर वस जाए ते रस रूप बन जाए, वो ही ज्ञान चंगा है, नहीं तो ज्ञान अध विच रह जाता। आ गुरु नानक साहब ने जिस वक्त जोगियां ने कहा सी ना भी तुसी शराब पीओ, प्याला लवो, नानक मते दी धरती ते गए, रात ठंड विच उथे जदों शाम नूं बड़ी ठंड सी, सारे जोगियां दे अगे उन्हां दे चेलियां ने लिया के किसे दे अगे भंग दा प्याला रख दिता, किसे दे अगे मदरा रख दिती। सतगुरु दे अगे भी एक प्याला रखन लगा, हजूर ने ना कर दी। उन्हां कहा जी तुसी नहीं? कहन लगे मैं पीती हुई। तुसी किथों पीती है? कहंदे तुहाडे वाली शराब नहीं हो, उहदे विच समगरी होर पैंदी है। जिहड़ी मैं बेनती कर रहा सी भी जे अंदर मन नहीं जागया ते सतगुरु ने कहा गुड़ उहदे विच भी पैंदा, पर ज्ञान दा मैं भी शराब बनाउणा। ये सारी जिहड़ी पौड़ी है ये रस की व्याख्या करदी है। ते सतगुरु कहंदे जिवें एक संसारी मजद सी, संसारी बंदा संसार रस पी के जीवन गुजारदा है, पर वो रस उन्होंने बेहोश करता है। बिल्कुल इस तरह रब दे घर विच भी एक शराब है। जे धर्मी बंदा उन्होंने कढ़ण विच कामयाब ना होया तो ना संसारी रहेगा ते ना धर्मी रहेगा, विच अटक जाएगा। धर्म भी एक रस, पर वो शराब किवें निकलदी? सब तो पहला कहंदे ने गुड़ कर ज्ञान। जिवें संसारिक शराब कढ़ण वास्ते गुड़ खरीदते ने, सब तो पहला गुड़ नूं भिओं के रखदे, फिर उहदी लाहण बनदी। पर जिन्ने धर्म दे रस नूं प्राप्त करना है उस नूं गुड़ दे थां ते ज्ञान दी जरूरत है। गुड़ कर ज्ञान। ज्ञान दे की अर्थ हो सकते हैं? ज्ञान दे अर्थ असी अज कढ़दे हां कि जिस बंदे नूं सिहारी बिहारी दा ज्ञान है, जिहदे कोल अखरी अर्थ ने, जिस नूं भाषा आउंदी है, असी कहने ये ज्ञानवान आदमी है। जद कि सतगुरु कहंदे ये अखरी ज्ञान है जरूर ये ज्ञान, पर ये अखरी ज्ञान है। पर ज्ञान दा असली अर्थ है जानना, किसी चीज नूं जानना, महसूस करना, किसी चीज नूं फील करना, प्रतीत करना भी मेरे आले दुआले जो कुछ हो रहा है उहदे बारे जाग पैना, जे सुते रहना। ज्ञान का अर्थ है जागना। सतगुरु कहंदे मैं जाग के रहना ते परमात्मा दे नाम नूं जपना ते जाग के सुनना, ये गुड़ पाया। गुड़ कर ज्ञान, ध्यान कर धावे। धावे का अर्थ एक खास तरह के फुल हुंदे ने जिहड़े शराब कढ़ण वाले उस शराब दे विच पाउंदे ताकि उहदी जिहड़ी ताकत है वध जाए। सतगुरु कहंदे जे ध्यान विच है किसी चीज दे, जिहड़ा बंदा कर्म कर रहा है तो समझो भी वो फुल पैगा विच, वो रस बढ़ेगा ध्यान दे नाल। जे ध्यान नहीं तो फिक्का पै जाएगा धर्म, ध्यान बाहर चला गया। गुड़ कर ज्ञान ध्यान कर धावै, कर करनी कस पाइयै। करनी का अर्थ है उच्चे कर्म, यानी कि संसार विच बाजार दे विच सच दे मार्ग ते तुरना, लैन देन नूं शुद्ध रखना, विहार ठीक रखना, किसी का हक ना खाना, इहनूं करनी कहंदे ने। कहंदे जे करनी पाएगा, करनी उच्ची करेगा तो समझो धर्म दे रस दे विच जिवें एक शराब कढ़ण वाला किकर दे सक ला के पाउंदा है, इधर उच्ची करनी दे सक पै गए। कर करनी कस पाइयै भाठी भवन। भाठी का अर्थ है शराब कढ़ण वाली भट्ठी। कहते उत्थे भट्ठी बाहर बनाई जाती मिट्टी नूं गो के लिंब के, पर रब दे प्यार दी शराब कढ़ण वास्ते शरीर नूं भट्ठी बनाया जाता है। भाठी भवन प्रेम का पोचा। पोचा एक वो कपड़ा हुंदा जदों शराब निकलदी है ना, उस भट्ठी नूं तो बंद करदे ने, एक भांडा रख के उहदे विच पानी पा लैंदे, एक नाली पाउंदे ने उहदे विच। जे वो गिला कपड़ा ना रखा जाए तो शराब सड़ जाती है। इस तरह जिन्ने कर्म ने सारे कर्म कर ले, ज्ञान भी सीख लिया, ध्यान भी सीख लिया, करनी भी उच्ची कर ली,
ये सारे चंगे कर्म ने। पर प्रेम ना आया जिंदगी विच। जिवें वो शराब कढ़न वाले ने सारी मेहनत की सी, गुड़ भी पाया, सक भी पाए, फुल भी पाए, भट्ठी भी बनाई, ते जे वो कपड़ा गिला कर करके नालों नाल उत्ते नहीं ना रखदा, जिहड़ा शराब निकलदा नालों नाल सड़ी जांदा, बाहर नहीं आउंदा। बहुत गजब की उदाहरण दिती है। धर्म के जिन्ने शुभ कर्म ने, चंगे काम ने, जे उन्हां दे विच प्रेम ना आया ते प्रेमहीन होण करके जप तप संयम मर्यादा रहत सारा कुछ अखीरले समय प्रेम तो खाली होण करके उहदे विच भी समाप्ति हो जाती, उहदा रस नहीं बनता। भाठी भवन प्रेम का पोचा, इत रस अम्यों चवाइया। अम्यों का अर्थ है अमृत वर्गा रस। इस तरह बंदे दे शरीर दे विचों ही चुंदा है। ते उस जोगी नूं कहंदे ने बाबा मन मत वारो। उहदे नाल फिर ये जिहड़ा मन है ना, जिन्हों असीं कहने टिकदा नहीं, जे एक बूंद भी उहदी मिल जाए ते मतवारो दे अर्थ ने मस्त हो जाता है, भाव टिकना शुरू हो जाता है। इहदे विच एक अलमस्ती आउण लग पैंदी। मन मतवारो नाम रस पीवै, सहज रंग रच रहा, ऐनिस बणी प्रेम लिव लागी, शब्द अनाहत गया। जिन्हां ने इस ढंग दे नाल अपने जीवन दे विच गुणां दी शराब कढ़ी, प्रभु दा नाम जपिया, उन्हां नूं इहदे विचों आनंद दी प्राप्ति हुई। ते भाई गुरदास जी अगे कहंदे, मूँह भरिया क्यों बोलीए, रस जीव रसाली। जदों इस तरह करदियां करदियां रस आउण लग पिया ना, आनंद प्राप्त हो गया, फिर उत्थे दो तरह के भगत ने। एक वो जिहड़े चुप कर गए ते कुछ विरले ने जिहड़े फिर बोलते। इत्थे थोड़ी जी बेनती करांगा भी जिन्नी बाणी उचारी गई ना, ये सारे वही भगत सन जिन्हां नूं रस आया सी। पर बड़े थोड़े लोग ने जिहड़े रस नूं प्राप्त करन तो बाद बोले ने, नहीं तो बहुते लोग चुप कर गए। ये वक्री वक्री तरह के भगत इस दुनिया में पैदा होंदे ने। जिवें कबीर जी ने वेखो किन्ना बोलते, लगातार बोली जाते और बोलते भी बड़े तिखा ने। ये नहीं भी उहदे विच बड़ी मिठास, किसी नूं माड़ा नहीं कहना, ये सुभाव है। तुसीं वेखो नामदेव जी हर एक भगत दा भावें जुड़े एक नाल ने, पर उन्हां दे सुभाव विच फर्क है। नामदेव जदों बोलणगे उहदे विच सिर्फ प्रेम प्रीत रब दे दर्शनां दी गल होवेगी। पर नाल कबीर बोलणगे, कबीर कोलों कली गल नहीं है। वो कदी ते ब्राह्मण दे पिछे लगे होणगे, कदी मुल्लां दे, कदी संसारक बंदा जिहड़ा फोकट कर्मी धर्मी सिर्फ ओहदी निखेधी करनगे, ओहदा उस तरह दा सुभाव है। इस तरह वखरे वखरे तसील दे भगत अकाल पुरख पैदा करदा है ते कुछ ऐसे ने जिहड़े चुप कर जांदे। रंग हसैं रंग रोवैं, चुप भी कर जाहें, परवाह ना ही किसे केरी, बाज सच्चे ना रब तो बिना। ये उन्हां दी निशानी है भी वो कदी किसी की परवाह नहीं करते। जिन्ने गुण अकाल पुरख दे ने ना, उहदे घर विचों जिथे उन्हां नूं खुशी मिलदी है, जिथे उन्हां नूं बेपरवाही मिलदी है, वो बहुत बड़ी बेपरवाही विच जांदे ने। ठीक है, उन्हां दा किसी नाल वैर नहीं, नफरत नहीं, पर बेपरवाही इन्नी वड्डी है भी वो कदी अपने शरीर की परवाह नहीं करते, अपने जीवन की अपने कारोबार की परवाह नहीं करते। आ तुसी सिख इतिहास के पन्नियां विच भी आउंदा है ते सामने भी वेख सकते। पटियाले तो जदों फतेहगढ़ साहब रोड नूं जाने ते राह विच एक पिंड आउंदा है, उत्थे बोर्ड भी लगा होया एक सिख दी पुठी खल ला रहे। आप अरदास में सुने पुठियां खल्लां लोहाइयां। ਇਹਦਾ ਕੀ ਇਤਿਹਾਸ ਮੈਂ थोड़ी जी बेनती कर दिया भी ਜਿਹੜਾ बंदा एक नाल जुड़ गया ਉਹਦੀ जिंदगी ਦੇ ਵਿੱਚ एक ऐसा गुण अकाल पुरख का सुभाव प्रगट हो जाएगा भी वो बहुत बेपरवाह हो जाएगा, बेपरवाही ਉਹਦੇ ਵਿੱਚ आ जाएगी। वो फिर संसार दे लोभ के कारण कदी अपने राह नूं त्यागेगा नहीं। उस सिख बारे जिक्र आउंदा है भी इस
ਰਾਹ ਦੇ ਨਾਲ ਜਿਹੜਾ ਕਿ ਸਰਹੰਦ ਤੋਂ ਥੋੜੀ ਦੂਰ ਤੇ ਸੀ, ਇੱਕ ਪਿੰਡ ਦੇ ਵਿੱਚ ਖੂਹ ਤੇ ਬਹਿ ਕੇ ਬਾਣੀ ਪੜ੍ਹ ਰਿਹਾ ਸੀ, ਸੁਖਮਣੀ ਸਾਹਿਬ ਪੜ੍ਹ ਰਿਹਾ ਸੀ। ਸ਼ਾਮ ਦਾ ਟਾਈਮ, ਉਥੋਂ ਕਾਫਲਾ ਲੰਘਿਆ ਨਵਾਬ ਦਾ, ਨਾਲ ਸਿਪਾਹੀ ਸਨ, ਨਾਲ ਫੌਜ ਸੀ, ਅਹਿਲਕਾਰ ਸਨ, ਤੇ ਸਰਹੰਦ ਦਾ ਨਵਾਬ ਉਥੋਂ ਲੰਘ ਰਿਹਾ ਸੀ। ਹੁਣ ਜਦੋਂ ਪਿੰਡ ਦੇ ਵਿੱਚੋਂ ਲੰਘਿਆ, ਨਵਾਬ ਸੀ, ਲੋਕ ਉੱਠ ਕੇ ਸਲਾਮਾਂ ਕਰਦੇ ਨੇ, ਤੇ ਉਸ ਵਕਤ ਸਲਾਮ ਨਾ ਕਰਨ ਦੀ ਜਿਹੜੀ ਸਜ਼ਾ ਉਹ ਵੀ ਕਤਲ ਹੁੰਦੀ ਸੀ। ਨਵਾਬ ਨੂੰ ਕਿਸੇ ਨੇ ਸਲਾਮ ਨਹੀਂ ਕੀਤੀ, ਸਾਰੇ ਲੋਕ ਸਲਾਮ ਕਰਦੇ ਤੇ ਨਵਾਬ ਬਹਿੰਦਾ ਹੈ। ਉਹਨੇ ਵੇਖਿਆ ਵੀ ਇੱਕ ਆਦਮੀ ਬੈਠਾ ਹੈ ਤੇ ਕੁਝ ਪੜ੍ਹ ਰਿਹਾ ਹੈ। ਉਹਨੇ ਸਲਾਮ ਕੀ ਕਰਨੀ ਸੀ, ਉਹਨੇ ਮੇਰੇ ਵੱਲ ਵੇਖਿਆ ਵੀ ਨਹੀਂ। ਇਹ ਕੌਣ ਹੈ, ਪਤਾ ਕਰੋ। ਸਿਪਾਹੀ ਭੇਜੇ, ਕਾਫਲਾ ਰੁਕ ਗਿਆ। ਸਿੱਖ ਨੇ ਇਸ਼ਾਰਾ ਕੀਤਾ, ਮੈਂ ਬਾਣੀ ਦੀ ਸਮਾਪਤੀ ਕਰਕੇ ਉੱਠਿਆ, ਕਹਿਣ ਲੱਗੇ ਦੱਸੋ ਕੀ ਗੱਲ। ਕਹਿੰਦੇ ਬਾਦਸ਼ਾਹ ਸਲਾਮਤ, ਨਵਾਬ ਸਾਹਿਬ ਯਾਦ ਕਰਦੇ। ਜਦੋਂ ਗਏ, ਕਹਿਣ ਲੱਗੇ ਸਾਰੇ ਮੇਰੇ ਅੱਗੇ ਝੁਕੇ ਨੇ ਉੱਠ ਕੇ, ਤੈਨੂੰ ਪਤਾ ਨਹੀਂ ਮੈਂ ਸਰਹੰਦ ਦਾ ਨਵਾਬ, ਤੂੰ ਕਿਉਂ ਨਹੀਂ ਉੱਠਿਆ, ਕੀ ਪੜ੍ਹ ਰਿਹਾ ਸੀ। ਉਹਨੇ ਕਿਹਾ ਜੀ ਮੈਨੂੰ ਤੇ ਪਤਾ ਹੀ ਨਹੀਂ ਸੀ ਕੌਣ ਲੱਗ ਰਿਹਾ, ਮੈਂ ਤੇ ਬਾਣੀ ਪੜ੍ਹ ਰਿਹਾ ਸੀ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਾਣੀ ਪੜ੍ਹ ਰਿਹਾ ਸੀ। ਤੇ ਸਾਡਾ ਇੱਕ ਨਿਯਮ ਹੈ, ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਭਾਵੇਂ ਤੂੰ ਸਰਹੰਦ ਦਾ ਨਵਾਬ ਕੀ ਭਾਵੇਂ ਦੁਨੀਆ ਦੇ ਕਿਸੇ ਤਖਤ ਦਾ ਨਵਾਬ ਆ ਜਾਏ, ਅਸੀਂ ਉਹਦੀ ਪਰਵਾਹ ਨਹੀਂ ਕਰਦੇ। ਕਹਿਣ ਲੱਗਾ ਫਿਰ ਇਹਨੂੰ ਸਜ਼ਾ ਮੌਤ ਦੀ ਹੈ, ਤੇ ਇੱਕ ਤੈਨੂੰ ਛੋਟ ਹੈ, ਜੇ ਤੂੰ ਆਪਣੀ ਜਾਨ ਬਚਾਉਣੀ ਚਾਹੁੰਦਾ ਤੇ ਉਹ ਸਾਹਮਣੇ ਜਿਹੜੀ ਇੱਕ ਪੰਡ ਵੱਜੀ ਹੈ, ਇਹਨੂੰ ਚੁੱਕ ਕੇ ਆਪਣੇ ਸਿਰ ਤੇ ਸਰਹੰਦ ਤੱਕ ਛੱਡ ਕੇ ਆ, ਜਾਂ ਤੇ ਇਸ ਪੰਡ ਨੂੰ, ਇਸ ਗੰਢ ਨੂੰ ਛੱਡ ਕੇ ਆ, ਤੇ ਜਾਂ ਇੱਥੇ ਤੇਰੀ ਪੁੱਠੀ ਖੱਲ ਲਾਈ ਜਾਏਗੀ। ਉਹ ਕਹਿੰਦਾ ਵੀ ਇਸ ਪੰਡ ਦੇ ਵਿੱਚ ਹੈ ਕੀ। ਕਹਿਣ ਲੱਗਾ ਮੇਰੇ ਹੁੱਕੇ ਦਾ ਸਮਾਨ ਹੈ, ਹੁੱਕਾ ਪੀਣ ਵਾਸਤੇ, ਤੰਬਾਕੂ, ਹੋਰ ਸਾਰੀਆਂ ਚੀਜ਼ਾਂ ਉਸ ਕੱਪੜੇ ਵਿੱਚ ਬੱਝੀਆਂ ਹੋਈਆਂ ਸਨ। ਉਸ ਗੁਰਸਿੱਖ ਨੇ ਕਿਹਾ ਵੀ ਨਵਾਬ ਸਾਹਿਬ, ਇਹ ਤੇ ਤੁਸੀਂ ਵੈਸੇ ਵੀ ਮੈਨੂੰ ਕਹੋ ਨਾ, ਜਿਹਦੇ ਵਿੱਚ ਤੰਬਾਕੂ ਹੈ, ਸਿੱਖ ਤੰਬਾਕੂ ਨੂੰ ਹੱਥ ਨਹੀਂ ਲਾਉਂਦਾ, ਤੂੰ ਸਿਰ ਤੇ ਚੁੱਕਣ ਦੀ ਗੱਲ ਕਰਨਾ। ਦੂਸਰੀ ਗੱਲ, ਪਿਆਰ ਨਾਲ ਜੋ ਮਰਜ਼ੀ ਕਰਾ ਲੈ, ਜੇ ਧੱਕੇ ਨਾਲ ਕਰਨਾ ਤੇ ਸਾਨੂੰ ਪਰਵਾਹ ਨਹੀਂ। ਇਸ ਕਾਰਜ ਕਰਕੇ ਉਸ ਸਿੱਖ ਦੀ ਉੱਥੇ ਪੁੱਠੀ ਖੱਲ ਲਾਈ ਗਈ ਸੀ। ਸ਼ਹੀਦੀ, ਸ਼ਹਾਦਤ ਦਾ ਜਾਮ ਉਹਨੇ ਪੀਤਾ। ਕਹਿਣ ਤੋਂ ਭਾਵ ਜਦੋਂ ਇੱਕ ਨਾਲ ਜੁੜਿਆ ਤੇ ਬੇਪਰਵਾਹੀ ਪੈਦਾ ਹੋਈ, ਨਿਡਰਤਾ ਪੈਦਾ ਹੋਈ, ਸੰਸਾਰ ਦੇ ਭੈ, ਸੰਸਾਰ ਦੀ ਹਿਰਸ ਮਨੁੱਖ ਦੇ ਜੀਵਨ ਨੂੰ ਕਮਜ਼ੋਰ ਕਰਦੀ ਹੈ। ਜਿਉਂ-ਜਿਉਂ ਅਕਾਲ ਪੁਰਖ ਦੇ ਨਾਮ ਦੇ ਨਾਲ ਸਾਂਝ ਪਾਉਂਦਾ ਹੈ, ਤਿਉਂ-ਤਿਉਂ ਉਹਦੇ ਵਿੱਚ ਰੱਬ ਦਾ ਗੁਣ, ਬੇਪਰਵਾਹੀ ਪੈਦਾ ਹੁੰਦੀ ਹੈ, ਤੇ ਉੱਚੇ ਰਸ ਨਾਲ ਜੁੜ ਕੇ ਇੱਕ ਨਵੀਂ ਤਾਜ਼ੀ ਜ਼ਿੰਦਗੀ ਨੂੰ ਜਿਉਂਦਾ ਹੈ। ਉਸ ਨੂੰ ਕਹਿ ਰਹੇ ਨੇ, ਮੂੰਹ ਭਰੀਐ ਕਿਉਂ ਬੋਲੀਐ, ਰਸ ਜੀਭ ਰਸਾਲੀ, ਸ਼ਬਦ ਸੁਰਤ ਸਿਮਰਨ ਉਲੰਘ, ਨਹਿ ਨਦਰ ਨਿਹਾਲੀ। ਇੱਕ ਐਸੀ ਅਵਸਥਾ, ਭਾਵੇਂ ਗੁਰਬਾਣੀ ਦੇ ਵਿੱਚ ਸ਼ਬਦ ਸੁਰਤ ਦਾ ਅਭਿਆਸ ਦੱਸਿਆ ਗਿਆ। ਸ਼ਬਦ ਦਾ ਅਰਥ ਹੈ ਨਾਮ ਉਚਾਰਨ ਕਰਨਾ, ਤੇ ਸੁਰਤ ਦਾ ਅਰਥ ਹੈ ਉਸ ਨਾਮ ਨੂੰ ਸੁਣਨਾ, ਇਹਨੂੰ ਸਿਮਰਨ ਕਹਿੰਦੇ। ਇਹ ਧਿਆਨ ਨਾਲ ਕਰਨਾ, ਇਹ ਸਿਮਰਨ ਹੈ। ਪਰ ਭਾਈ ਗੁਰਦਾਸ ਜੀ ਕਹਿੰਦੇ ਵੀ ਜਦੋਂ ਰਸ ਵਿੱਚ ਚਲਾ ਗਿਆ ਨਾ, ਉੱਥੇ ਨਾ ਸ਼ਬਦ ਰਿਹਾ ਤੇ ਨਾ ਸੁਰਤ ਰਹੀ, ਦੋਵੇਂ ਲੀਨ ਰਸ ਵਿੱਚ ਹੋ ਗਏ, ਰਸ ਦਾ ਸਰੂਪ ਬਣ ਗਏ। ਇਹ ਸਿਮਰਨ ਦਾ ਅਸਲੀ ਰੂਪ। ਸਿਮਰਨ ਜਿਹੜਾ ਹੈ, ਜਿਹੜੇ ਤਜਰਬੇਕਾਰ ਗੁਰਮੁਖਾਂ ਨੇ ਇਹਦੀ ਕਮਾਈ ਕੀਤੀ ਹੈ, ਉਹਨਾਂ ਦਾ ਤਜਰਬਾ ਹੈ। ਸਿਮਰਨ ਕੋਈ ਕਿਰਿਆ ਨਹੀਂ, ਸਿਮਰਨ ਕੋਈ ਐਕਸ਼ਨ ਨਹੀਂ, ਉਹ ਤਾਂ ਜਪ ਹੈ। ਜਪ ਜਦੋਂ ਅਸੀਂ ਬੋਲਨੇ, ਬਾਣੀ ਪੜ੍ਹੀ ਜਾਂਦੀ ਹੈ, ਮੂਲ ਮੰਤਰ ਪੜ੍ਹਿਆ ਜਾਂਦਾ ਜਾਂ ਗੁਰੂ ਮੰਤਰ, ਉਹ ਸਿਰਫ ਜਪ ਹੈ, ਜਪਣਾ। ਸਿਮਰਨ ਇੱਕ ਲਗਾਤਾਰੀ ਰਹਿਣ ਵਾਲੀ ਅੰਦਰਲੀ ਆਨੰਦ ਦੀ ਅਵਸਥਾ ਹੈ, ਨਾ ਕਿ ਕਿਸੇ ਸ਼ਬਦ ਦੀ ਪਲਟ ਕੇ ਰਿਪੀਟਿੰਗ ਹੈ। ਇੱਥੇ ਆ ਕੇ ਸਾਡਾ ਬਹੁਤ ਸਾਰਾ ਹਿੱਸਾ ਰੁਕਿਆ ਹੋਇਆ। ਉਹ ਲਗਾਤਾਰ ਇੱਕ ਆਨੰਦ ਦੀ ਅਵਸਥਾ ਹੈ, ਨਾ ਕਿ ਉਹ ਕੋਈ ਕਿਰਿਆ ਹੈ, ਨਾ ਕੋਈ ਉਹ ਸਰੀਰ ਦੀ ਹਿਲਜੁਲ ਹੈ। ਇਸ ਕਰਕੇ ਇੱਥੇ ਕਹਿੰਦੇ ਨੇ, ਸ਼ਬਦ ਸੁਰਤ ਸਿਮਰਨ ਉਲੰਘ
सिमरन जिहड़ा है जदों अपने असली रस रूप विच हुंदा है ते उदों शब्द सुरत तो भी पार चला जाता है। नह नदर निहाली, इत्थे कुछ भी होर नजर नहीं आउंदा, एक रह जाता, दो तो एक बन गया। फिर कहंदे पंथ को पंथ ना सुझाई अलमस्त ख्याली। हुण ये जिहड़े शब्द ने पंथ ते कुपंथ वाल कहंदे वो वहिंदे ने, ये जिहड़ी विचार है ना, ये सिर्फ ब्रह्म ज्ञानी दी क्लास दे नाल संबंध रखदी है, आम बंदे वास्ते नहीं। जिथे असीं तुर रहे हैं सानू पंथ दा ध्यान रखना पएगा भी मर्यादा की है, पंथ की है। वो ऐसे लोग ने जिहड़े इन्नी उच्ची दशा में चले गए जिथे पंथ तो पार चले गए। मन्ना मग ना चलै पंथ, पंथ तो अगे निकल गए। मन्ना धर्म सेती संबंध, पर ਉਹਦੀ व्याख्या गुरबाणी ਵਿੱਚ ਤਾਂ ਨਹੀਂ ਜਾਦੇ ਵੀ ਫਿਰ ਲੋਕ ਉਹਨਾਂ ਦੀ ਰੀਸ ਕਰਨ ਲੱਗ ਪੈਂਦੇ। ਉਹ ਅਵਸਥਾ ਬਣੀ ਨਹੀਂ ਹੁੰਦੀ। ਆ ਦਾਸ ਨੂੰ ਪਿੱਛੇ ਜੀ ਕਿਸੇ ਕਿਹਾ ਵੀ ਭਾਈ ਰਾਮ ਕੌਰ ਸਿੰਘ ਦੀ ਕਥਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਅਨਿੰਨ ਸਿੱਖ ਭਾਈ ਰਾਮ ਕੌਰ ਸਿੰਘ ਬਾਬਾ ਬੁੱਢਾ ਜੀ ਦੀ ਅੰਸ਼ ਵਿੱਚੋਂ ਸਨ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਤੇ ਬਿਠਾਇਆ। ਉਹਨਾਂ ਬਾਰੇ ਮੈਂ ਕਿਹਾ, मैं विच विचार की भी उन्हां दी ये अवस्था सी अलमस्त ख्याली, अलमस्त रहिंदे सन, बेपरवाह, ना भुख दी परवाह, ना नींद दी, ना खाने दी, ना पीने दी, शरीर तो पार बेपरवाह रहना, किसे आनंद विच टिके रहना। ते उन्हां बारे एक इतिहास दे विच घटना है भी जदों उन्हां ने भोजन खाना हुंदा सी, एक सेवक सी उन्हां दा, उन्होंने पता सी भी हुण इन्हां नूं भुख लग गई, क्योंकि वो कहंदे नहीं सन भी भुख लगी, शरीर तो पार रहना। ते जदों उन्हां दे अगे लंगर रखदा सी, लिया के प्रसाद रखदा सी, उदों कहंदे ने भी एक कमर कसा लैके, परना लैके उन्होंने कमर कसा कर दिंदा सी। वो सिर्फ तां कीता जांदा सी क्योंकि जे उन्हां नूं ना दिओ ते उन्हां मंगना नहीं, ते जे उन्हां दे सामने रख दिओ ते उन्हां दा खाण पीण विच ध्यान नहीं, उदों भी सिमरन विच रहिंदे। उन्हां खाई जाना, ये नहीं दसना भी रजे आ कि जे भुखे आ, लोड़ किन्नी। हुण ये चीज़ां बाहर तां नहीं बहुतियां सुणाईयां जांदियां भी इन्हां दे अर्थ गलत कढे जांदे ने। ਉਹ परना बन दिंदा सी ते मैनूं उत्थे ख्याल आया, कहंदे भी सुणाया करो जी। मैं कहा भी सुणाइए की, इत्थे परने बंधन वाले पहले ही तैयार हो जाने। उन्हें कहना भी परना बन के ब्रह्म ज्ञानी बनना है, ढिड दे दुआले बन लिया भी रज गया। वो एक ऐसी दशा विच रहिंदे सी कि जिथे शरीर दा कोई धर्म, कोई कर्म असर नहीं करदा। ते जदों उन्होंने परना कमर कसा कर लेना, प्रशादा छकी जाना, ते सेवक ने वेख लेना भी कसिया गया परना। उन्होंने एक शब्द वरतना जिहड़ा इतिहास विच लिखिया भी बाबे के रज गए, ते उन्होंने भोजन उत्थे त्याग देना, छड़ देना। यानी कि एक ऐसी आनंद की अवस्था विच भी जिथे शरीर का दुख सुख जां भुख नींद का धर्म खत्म हो जाता है, वो ऐसे आनंद विच रहिंदे ने। कहन लगे पंथ कुपंथ न सुझई अलमस्त ख्याली, डगमग चाल सुटहल है गुरमत निराली। उन्हां दी जिंदगी दी ये जिहड़ी चाल है ना, जिहड़े जिउण दा ढंग है उन्हां दा, वो डगमग का मतलब है भी बेपरवाही विच, जिवें कोई नशे विच धुत आदमी तुरदा ना, बेपरवाह, कोई चिंता नहीं व्यापदी उहदे विच सदा ही। हुण ये सारियां जिहड़ियां ने, ये सारियां नाम दीयां बरकतां ने। जे कमाई किसी ने पूरी कर ली ते आ बेपरवाही, बेचिंतताई, गम तो रहत जीवन, झोरियां तो चिंता तो उच्चा, इहदे इशारे भाई गुरदास जी इहदे विच कर रहे ने, ताकि इस मार्ग ते तुरन वाले नूं पता लगे भी इहदा नतीजा की निकलदा है। एक असीम खुशी जिहदी कोई सीमा नहीं, जिहदी कोई हद नहीं। एक इन्नी बेपरवाही जिथे दुख सुख, घाटा वाधा, आउण वाले दी चिंता, लंघे दा झोरा, ये सारे खत्म हो जाते। जिन्हों भगत रविदास जी बेगमपुरा शहर को नाओ, दुख अंदो नहीं ते ठाओ, ना तसवीस खिराज ना माल, खौफ ना खता ना तरस जवाल। इस तरह की अवस्था जिथे किसी प्रकार की कोई रुकावट नहीं ते जीवन मुक्त अवस्था है।
ਉੱਥੇ ਜਾ ਕੇ ਸਾਰੇ ਪ੍ਰਕਾਰ ਦੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ। ਔਰ ਜਿੱਥੇ ਵਰਤਮਾਨ ਵਿੱਚ ਦੁੱਖਾਂ ਦਾ ਨਾਸ਼ ਹੁੰਦਾ, ਭਾਈ ਗੁਰਦਾਸ ਜੀ ਕਹਿੰਦੇ ਆਉਣ ਵਾਲੇ ਵਿੱਚ ਸਮੇਂ ਦੇ ਵਿੱਚ ਵੀ ਦੁੱਖਾਂ ਦੇ ਆਉਣ ਦੀ ਕੋਈ ਚਿੰਤਾ ਨਹੀਂ ਰਹੀ, ਉਹਦੇ ਤੋਂ ਪਾਰ ਚਲਾ ਜਾਂਦਾ। ਇਹ ਸੰਪੂਰਨ ਪ੍ਰਾਪਤੀ ਹੈ। ਧਰਮ ਦੀ ਕਮਾਈ ਦਾ ਸਿੱਟਾ ਕੀ ਨਿਕਲਦਾ। ਫਿਰ ਕਹਿੰਦੇ ਚੜਿਆ ਚੰਦ ਨਾ ਲੁਕਈ ਢੱਕ ਜੋਤ ਕੁਨਾਲੀ, ਕਹਿੰਦੇ ਜੇ ਚੰਦਰਮਾ ਚੜ ਜਾਏ ਉਹਨੂੰ ਕੋਈ ਕੁਨਾਲੀ ਦੇ ਨਾਲ ਕਿਸੇ ਵੀ ਸਾਧਨ ਦੇ ਨਾਲ ਰੋਕਣ ਦਾ ਯਤਨ ਕਰੇ ਵੀ ਇਹਦੀ ਚਾਨਣੀ ਨਾ ਫੈਲੇ, ਪਰ ਉਹਦੀ ਚਾਨਣੀ ਹਰ ਇੱਕ ਚੀਜ਼ ਨੂੰ ਪਾਰ ਕਰਕੇ ਫੈਲ ਜਾਂਦੀ ਹੈ। ਇਸੇ ਤਰ੍ਹਾਂ ਜਿਹੜੇ ਮਨੁੱਖ ਦੇ ਜੀਵਨ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਪ੍ਰਕਾਸ਼ ਹੋ ਜਾਏ, ਉਹਦੀ ਯਾਦ ਉੱਤਮ ਹੋ ਜਾਏ, ਉੱਚੀ ਹੋ ਜਾਏ, ਭਾਵੇਂ ਉਹ ਚਾਹੇ ਵੀ ਇਹਨੂੰ ਢੱਕ ਕੇ ਰੱਖਣਾ ਹੈ, ਇਹਨੂੰ ਸਧਾਰਨ ਰੱਖਣਾ ਹੈ, ਪਰ ਉਹਦਾ ਚਾਨਣ, ਉਹਦਾ ਪ੍ਰਭਾਵ, ਉਹਦੇ ਜੀਵਨ ਦਾ ਅਸਰ ਹਰ ਇੱਕ ਚੀਜ਼ ਤੇ ਉਹਦਾ ਪ੍ਰਕਾਸ਼ ਪੈਂਦਾ ਹੈ, ਹਰ ਇੱਕ ਵਸਤੂ ਉਹਦੇ ਤੋਂ ਪ੍ਰਭਾਵਿਤ ਹੁੰਦੀ ਹੈ। ਐਸੇ ਗੁਰਮੁਖ ਦੀ ਇਹ ਅਵਸਥਾ ਹੈ ਜਿਨਨੇ ਗੁਰੂ ਨਾਨਕ ਸਾਹਿਬ ਜੀ ਦੇ ਦਿੱਤੇ ਹੋਏ ਮਾਰਗ ਦੇ ਅਨੁਸਾਰ ਸਿੱਖਿਆ ਤੇ ਚੱਲ ਕੇ ਗੁਰੂ ਕੇ ਉਪਦੇਸ਼ ਨੂੰ ਕਮਾਇਆ, ਗੁਰੂ ਗ੍ਰੰਥ ਸਾਹਿਬ ਗੁਰੂ ਪੰਥ ਦੇ ਨਾਲ ਜੁੜ ਕੇ ਜੀਵਨ ਨੂੰ ਸਫਲ ਕੀਤਾ ਹੈ। ਉਹਦੇ ਸੰਬੰਧ ਵਿੱਚ ਭਾਈ ਗੁਰਦਾਸ ਜੀ ਇਸ ਰਸ ਦੀ ਪ੍ਰਾਪਤੀ ਦੀ ਵਿਆਖਿਆ ਕਰ ਰਹੇ ਨੇ। ਆਓ ਰਹਿੰਦੇ ਕੁਝ ਮਿੰਟਾਂ ਦੇ ਵਿੱਚ ਗੁਰੂ ਸ਼ਬਦ ਨਾਲ ਸਾਂਝ ਪਾਵਾਂਗੇ। ਸਾਰਿਆਂ ਨੇ ਸਾਵਧਾਨ ਹੋ ਕੇ ਬੈਠਣਾ ਔਰ ਉੱਚੀ ਆਵਾਜ਼ ਵਿੱਚ ਕਿਰਪਾ ਕਰੋ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਿਸਰ ਨਾਹੀ ਦਾਤਾਰ 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 अपना नाम देहो अपना नाम देहो अपना नाम देहो अपना नाम देहो गुण गावां दिन रात गुण गावां दिन रात नानक चावे हो नानक चावे हो नानक चावे हो नानक चावे हो विसर नाही दातार विसर नाही दातार अपना नाम
ਦੇਹੋ ਆਪਣਾ ਨਾਮ ਦੇਹੋ ਵਿਸਰ ਨਾਹੀ ਦਾਤਾਰ ਵਿਸਰ ਨਾਹੀ ਦਾਤਾਰ ਵਿਸਰ ਨਾਹੀ। ਸੋ ਇਹ ਜੋ ਵੱਡੀ ਦਾਤ ਸਤਿਗੁਰਾਂ ਨੇ ਸਾਡੇ ਵਾਸਤੇ ਬਾਣੀ ਦੇ ਰੂਪ ਵਿੱਚ ਸਾਨੂੰ ਦਿੱਤੀ ਹੈ, ਚਾਹੀਦਾ ਹੈ ਜੀਵਨ ਦੇ ਵਿੱਚ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਜੀਵਨ ਬਤੀਤ ਕਰਕੇ ਇਸ ਲਾਭ ਨੂੰ ਪ੍ਰਾਪਤ ਕਰਨਾ ਔਰ ਜੀਵਨ ਨੂੰ ਲੋਕ ਪਰਲੋਕ ਨੂੰ ਸੁਹੇਲਾ ਕਰਨਾ, ਗੁਰੂ ਸਾਹਿਬ ਦਾ ਉਪਦੇਸ਼ ਕਮਾਉਣਾ, ਇਹ ਸਿੱਖੀ ਜੀਵਨ ਦਾ ਮਾਰਗ ਹੈ। ਸੋ ਇੰਨੀਆਂ ਵਿਚਾਰਾਂ ਆਪ ਜੀ ਪ੍ਰਵਾਨ ਕਰ ਲੈਣੀਆਂ। ਵਿਚਾਰਾਂ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।